ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਮੇਰੇ ਦਰਸ਼ਕੋ, ਮਹਾਂਵਾਰੀ ਦੇ ਇਹਨਾਂ ਦਿਨਾਂ ਦੇ ਵਿੱਚ ਅੱਜ ਕੱਲ੍ਹ ਜਿਹੜੀਆਂ ਸੁਰਖੀਆਂ ਨੇ ਮਹਾਂਵਾਰੀ ਨਾਲੋਂ ਜ਼ਿਆਦਾ ਚੀਨ ਤੇ ਭਾਰਤ ਦੇ ਤਣਾਅ ਦੀਆਂ ਬਣ ਰਹੀਆਂ ਨੇ। ਮੇਜਰ ਜਨਰਲ ਲੈਵਲ ਤੇ ਗੱਲਬਾਤ ਵੀ ਚੱਲ ਰਹੀ ਹੈ, ਲੇਕਿਨ 15 ਜੂਨ ਦੀ ਜਿਹੜੀ ਘਟਨਾ ਹੋਈ ਜਿਸ ਵਿੱਚ ਭਾਰਤ ਦੇ 20 ਜਵਾਨ ਜਿਹੜੇ ਸ਼ਹੀਦ ਹੋਏ, ਉਸ ਤੋਂ ਬਾਅਦ ਲਗਾਤਾਰ ਸਿਆਸਤ ਭਖੀ ਹੋਈ ਹੈ। ਜੇ ਚੀਨ ਤੇ ਭਾਰਤ ਦੇ ਬਾਰਡਰ ਤੇ ਜਿਸ ਤਰੀਕੇ ਨਾਲ ਫੌਜਾਂ ਦਾ ਜਿਹੜਾ ਹੈ ਜਮਾਵੜਾ ਹੋ ਰਿਹਾ ਹੈ, ਗੱਲਬਾਤ ਵੀ ਚੱਲ ਰਹੀ ਹੈ ਔਰ ਤਣਾਅ ਵੀ ਵੱਧ ਰਿਹਾ ਹੈ, ਪਰ ਦੂਜੇ ਪਾਸੇ ਸ਼ਬਦਾਂ ਦੀ ਜੰਗ ਸਿਆਸੀ ਪਾਰਟੀਆਂ ਦੀ ਉਹ ਵੀ ਲਗਾਤਾਰ ਤਿੱਖੀ ਹੋ ਰਹੀ ਹੈ। ਕਾਰਨ ਬੜਾ ਸਪਸ਼ਟ ਹੈ। ਉਸ ਦਿਨ ਤੋਂ ਜਿਸ ਦਿਨ ਤੋਂ ਪ੍ਰਧਾਨ ਮੰਤਰੀ ਨੇ ਆਲ ਪਾਰਟੀ ਮੀਟਿੰਗ ਦੇ ਵਿੱਚ ਇਹ ਕਿਹਾ ਕਿ ਸਾਡੀ ਧਰਤੀ ਤੇ ਨਾ ਕੋਈ ਆਇਆ, ਨਾ ਕੋਈ ਉਲੰਘਣਾ ਕੀਤੀ ਗਈ, ਨਾ ਹੀ ਕਿਸੇ ਚੌਕੀ ਤੇ ਕਬਜ਼ਾ ਕੀਤਾ ਗਿਆ। ਇਹ ਗੱਲ ਜਦੋਂ ਉਹਨਾਂ ਨੇ ਕਹੀ, ਉਸ ਤੋਂ ਬਾਅਦ ਸਾਰਾ ਦੇਸ਼ ਹੈਰਾਨ ਤੇ ਪਰੇਸ਼ਾਨ ਰਹਿ ਗਿਆ, ਕਿਉਂਕਿ ਉਸ ਤੋਂ ਪਹਿਲਾਂ ਫੌਜ ਦੇ ਕਮਾਂਡਰ ਵੀ, ਵਿਦੇਸ਼ ਮੰਤਰਾਲਾ ਵੀ ਕੁਝ ਹੋਰ ਕਹਿ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਚੀਨ ਜਿਹੜਾ ਹੈ ਉਹ ਭਾਰਤ ਦੇ ਵਿੱਚ 8 ਕਿਲੋਮੀਟਰ ਤੇ ਕਿਤੇ 5 ਕਿਲੋਮੀਟਰ ਅੱਗੇ ਆਇਆ, ਇਸੇ ਕਰਕੇ ਚੀਨ ਨਾਲ ਗੱਲਬਾਤ ਹੋਣ ਦੀਆਂ ਗੱਲਾਂ ਵੀ ਸੀ। ਭਾਰਤ ਵੱਲੋਂ ਲੈਫਟੀਨੈਂਟ ਜਨਰਲ ਹੀਰਾ ਸਿੰਘ ਗੱਲ ਕਰਨ ਗਏ ਸੀ। ਸੋ ਹੁਣ ਹਰਿੰਦਰ ਸਿੰਘ ਤੋਂ ਹੁਣ ਇਹ ਸਾਰੇ ਹਾਲਾਤ ਤੇ ਆਪਾਂ ਗੱਲ ਕਰਨ ਤੋਂ ਪਹਿਲਾਂ मोदी साहब ने आल पार्टी मीटिंग की क्या है वो सुन लिए, फिर आप आगे बढ़ते हैं। पूर्वी लद्दाख में जो हुआ, न वहां कोई हमारी सीमा में घुस आया है, न ही कोई घुसा हुआ है, न ही हमारी कोई पोस्ट किसी दूसरे के कब्जे में है। ਹੁਣ ਮੋਦੀ ਸਾਹਿਬ ਤਾਂ ਇਹ ਕਹਿ ਰਹੇ ਨੇ, ਮੋਦੀ ਸਾਹਿਬ ਨੇ ਜਦੋਂ ਆਪਦੇ ਮੂੰਹੋਂ ਕਹਿਤਾ ਵੀ ਕੋਈ ਵੀ ਨਹੀਂ ਆਇਆ, ਤੇ ਨਾਲ ਦੀ ਨਾਲ ਚੀਨ ਨੇ ਦਾਅਵਾ ਠੋਕਤਾ ਕਿ ਲਦਾਖ ਵਾਲੀ ਇਹ ਵੈਲੀ ਸਾਡੀ ਹੈ, ਅਸੀਂ ਬਹੁਤ ਦਿਨਾਂ ਤੋਂ ਉੱਥੇ ਗਸ਼ਤ ਕਰ ਰਹੇ ਹਾਂ ਤੇ ਭਾਰਤ ਦੇ ਫੌਜੀ ਇੱਧਰ ਆਏ ਤੇ ਤਾਂ ਸਾਡੀ ਝੜਪ ਹੋਈ। ਇਹ ਨਾਲ ਦੀ ਨਾਲ ਉਹਨਾਂ ਨੇ ਕਹਿਤਾ ਔਰ ਚੀਨ ਨੇ ਟਵੀਟ ਕਰਕੇ ਕਿਹਾ ਕਿ ਇਹ ਜਿਹੜਾ ਹਿੰਦੁਸਤਾਨ ਹੈ ਵਾਰ-ਵਾਰ LOC ਦੀ ਉਲੰਘਣਾ ਕਰ ਰਿਹਾ ਹੈ ਕਿਉਂਕਿ ਇਹ ਤਾਂ ਸਾਡੀ ਹੈ। ਤਾਂ ਇਹ ਹੋਈ, ਪਰ ਨਾਲ ਦੀ ਨਾਲ ਜਦੋਂ ਉਹ ਦਾਅਵਾ ਕੀਤਾ ਗਿਆ ਲਦਾਖ ਦਾ, ਫਿਰ ਵਿਦੇਸ਼ ਮੰਤਰਾਲੇ ਨੂੰ ਆਉਣਾ ਪਿਆ। ਉਹਨਾਂ ਨੇ ਵੀ ਜਿਹੜਾ ਹੈ ਪ੍ਰੈਸ ਨੋਟ ਜਾਰੀ ਕੀਤਾ। ਇਹ ਚੱਲ ਹੀ ਰਿਹਾ ਸੀ, ਵਿਰੋਧੀ ਪਾਰਟੀਆਂ ਆ ਗਈਆਂ, ਖਾਸ ਤੌਰ ਤੇ ਰਾਹੁਲ ਗਾਂਧੀ। ਉਹਨਾਂ ਨੇ ਕਈ ਵਾਰੀ ਪੁੱਛਿਆ ਮੋਦੀ ਸਾਹਿਬ ਦੱਸੋ ਤਾਂ ਸਹੀ, ਸੱਚ ਕਿਉਂ ਨਹੀਂ ਦੱਸਦੇ? ਪਹਿਲਾਂ ਤਾਂ ਇਹ ਕਹਿੰਦੇ ਸੀ, ਫਿਰ ਉਹਨਾਂ ਨੇ ਕਿਹਾ ਸੀ ਤੁਹਾਡੇ ਨਾਲ, ਸੱਚ ਤਾਂ ਦੱਸੋ। ਕੀ ਪੁੱਛ ਰਹੇ ਸੀ ਕਿ ਦੱਸੋ ਕਿ ਜਿਹੜਾ ਲਦਾਖ ਤੇ ਹੁਣ ਕਿਹਦਾ ਕਬਜ਼ਾ ਹੈ, ਚੀਨ ਕਿੰਨਾ ਕੁ ਅੰਦਰ ਆਇਆ, ਚੀਨ ਤੇ ਕਬਜ਼ਾ ਕੀਤਾ ਅਤੇ ਲਦਾਖ ਤੇ ਜਿਹੜੀ ਵੈਲੀ ਆ ਉਹ ਤੇ ਹੁਣ ਕਿਹਦਾ ਕਬਜ਼ਾ ਹੈ ਪ੍ਰੈਜ਼ੈਂਟ। ਇਹੋ ਜਿਹੇ ਸਵਾਲ ਕੀਤੇ ਗਏ ਔਰ ਇਹਦੇ ਨਾਲ ਅੱਜ ਤਾਂ ਜਿਹੜੀ ਉਦੋਂ ਹੱਦ ਹੋ ਗਈ ਜਦੋਂ ਮੀਡੀਆ 'ਚ ਗੱਲ ਆਈ, ਜੋ ਕੱਲ ਰਾਹੁਲ ਗਾਂਧੀ ਨੇ ਟਵੀਟ ਕੀਤਾ ਸੀ ਕਿ ਇਹ ਨਰਿੰਦਰ ਮੋਦੀ ਨਹੀਂ, ਇਹ ਸਰੈਂਡਰ ਮੋਦੀ ਨੇ, ਇਹਨਾਂ ਨੇ ਸਰੈਂਡਰ ਕਰਤਾ, ਆਤਮ ਸਮਰਪਣ ਕਰਤਾ ਚੀਨ ਦੇ ਸਾਹਮਣੇ। ਇਹ ਰਾਹੁਲ ਗਾਂਧੀ ਨੇ ਕਿਹਾ। ਫਿਰ ਜਵਾਬ ਦੇ ਵਿੱਚ ਆਉਣਾ ਹੀ ਸੀ, ਬਹੁਤ ਕੁਝ ਲਗਾਤਾਰ ਰਿਹਾ। JP ਨੱਡਾ ਸਾਹਿਬ ਆ ਜਾਂਦੇ ਨੇ, ਹੋਰ ਬੜੇ ਆ ਜਾਂਦੇ ਨੇ। ਅੱਜ ਤਾਂ JP ਨੱਡਾ ਨੇ ਕਮਾਲ ਹੀ ਕਰਤੀ, ਜਦੋਂ ਡਾਕਟਰ ਮਨਮੋਹਨ ਸਿੰਘ ਨੇ ਇੱਕ ਸਲਾਹ ਦਿੱਤੀ ਪ੍ਰਧਾਨ ਮੰਤਰੀ ਮੋਦੀ ਨੂੰ। ਉਹ 10 ਸਾਲ ਉਹ ਵੀ ਤਾਂ ਲਗਾਤਾਰ ਪ੍ਰਧਾਨ ਮੰਤਰੀ ਰਹੇ ਨੇ ਦੇਸ਼ ਦੇ। ਉਹ ਕਹਿੰਦੇ ਆਪਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ, ਇਹ ਬਹੁਤ ਗੰਭੀਰ ਮਸਲਾ ਹੈ। ਮੋਦੀ ਸਾਹਿਬ ਨੇ ਸਲਾਹ ਦਿੱਤੀ। JP ਨੱਡਾ ਸਾਹਿਬ ਜਿਹੜੇ ਨੇ ਉਹ ਡਾਕਟਰ ਮਨਮੋਹਨ ਸਿੰਘ ਦੇ ਮਗਰ ਜਿਹੜੇ ਪੈ ਗਏ। ਇਹ ਗੱਲ ਚੱਲ ਰਹੀ ਹੈ ਮੀਡੀਆ ਦੇ ਵਿੱਚ। ਹੁਣ ਜਨਰਲ VK ਸਿੰਘ ਦੀ ਗੱਲ ਜੇ ਤੁਹਾਨੂੰ ਮੈਂ ਦੱਸਾਂ, VK ਸਿੰਘ ਜਨਰਲ ਇਹ ਕਹਿ ਰਹੇ ਨੇ ਅਸੀਂ ਕਈ ਗੱਲਾਂ ਤੁਹਾਨੂੰ ਦੱਸਦੇ ਨਹੀਂ, ਕਈ ਦੱਸ ਦਿੰਦੇ ਆ, ਸਾਡੇ ਫੌਜੀਆਂ ਨੇ ਵੀ ਬੰਦੇ ਮਾਰੇ ਨੇ, ਜੇ ਉਹਨਾਂ ਨੇ 20 ਮਾਰੇ ਨੇ ਅਸੀਂ ਦੁੱਗਣੇ ਮਾਰੇ ਨੇ। ਉਹ ਸਾਡਾ ਜਿਹੜਾ ਮੀਡੀਆ ਹੁੰਦਾ ਨਾ ਉਹਨੇ ਚੱਕ ਲਿਆ ਜੀ, ਹਾਲਾਂਕਿ ਉਹਨੇ ਤਾਂ ਵੈਸੀ ਗੱਲ ਕੀਤੀ ਜਿਵੇਂ ਕੈਪਟਨ ਸਾਹਿਬ ਨੇ ਕੀਤੀ, ਇੱਕ ਦੇ ਬਦਲੇ 3 ਮਾਰੋ, ਤੇ ਕਰਤਾ ਜੀ ਉਹਨਾਂ ਦੇ 40 ਮਾਰਤੇ। ਸੋ ਇਹ ਗੱਲ
ਇੱਥੇ ਠੀਕ ਰਹਿੰਦੀ ਵੀਕੇ ਸਿੰਘ ਦੀ, ਆਖਰ ਜਰਨਲ ਸੀ ਉਹ, ਭਾਵੇਂ ਉਹ ਮੰਤਰੀ ਨੇ ਹੁਣ ਬੀਜੇਪੀ 'ਚ। ਲੇਕਿਨ ਸ਼ਾਹ ਨਵਾਜ਼ ਹੁਸੈਨ ਜੋ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਵਕਤਾ ਹੈ, ਉਹਨਾਂ ਨੇ ਫਿਰ ਇਹ ਗੱਲ ਕਹਿਤੀ ਜੋ ਬਿਲਕੁਲ ਹੀ ਕੰਟਰਡਿਕਸ਼ਨ ਸੀ ਜਿਹੜੀ ਵੀਕੇ ਸਿੰਘ ਦੀ। ਤਾਂ ਲੋਕਾਂ 'ਚ ਭੰਬਲ ਭੂਸਾ ਪੈਦਾ ਹੋ ਗਿਆ, ਲੋਕਾਂ ਨੂੰ ਸਮਝ ਨਹੀਂ ਆਉਂਦਾ ਵੀ ਹੋ ਕੀ ਰਿਹਾ। ਤਾਂ ਇਹ ਸਾਰੀ ਸਿਆਸਤ ਹੁਣ ਲਗਾਤਾਰ ਉਧਰ ਵੀ ਚੱਲ ਰਹੀ ਹੈ, ਇੱਧਰ ਵੀ ਚੱਲ ਰਹੀ ਹੈ। ਔਰ ਇਹ ਸਿਆਸਤ ਦੇ ਜਿਹੜੀ ਚੱਲ ਰਹੀ ਸਿਆਸਤ ਹੈ, ਤੇ ਉਹਦੇ ਅਸੀਂ ਤੁਹਾਨੂੰ ਟਵੀਟ ਵੀ ਦਿਖਾ ਰਹੇ ਹਾਂ, ਸਵਾਲ ਵੀ ਦਿਖਾ ਰਹੇ ਹਾਂ, ਜੋ ਚਾਈਨਾ ਨੇ ਕੀਤਾ ਉਹ ਵੀ ਦੱਸ ਰਹੇ ਹਾਂ, ਮੋਦੀ ਸਾਹਿਬ ਨੇ ਜੋ ਕਿਹਾ ਉਹ ਵੀ ਦੱਸ ਰਹੇ ਹਾਂ। ਇਹ ਸਾਰੀਆਂ ਗੱਲਾਂ ਤੇ ਅਸੀਂ ਚਰਚਾ ਕਰਨੀ ਹੈ। ਤੇ ਚਰਚਾ ਕਰਨ ਨਾਲ ਸਾਡੇ ਨਾਲ ਜੁੜੇ ਨੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ। ਭਾਰਤੀ ਜਨਤਾ ਪਾਰਟੀ ਦੇ ਸਾਡੇ ਅੱਜ ਇਸ ਪ੍ਰੋਗਰਾਮ 'ਚ ਨੇ ਅਸ਼ੋਕ ਭਾਰਤੀ ਸਾਹਿਬ ਔਰ ਕਰਨਲ CD ਸਿੰਘ ਕੰਬੋਜ ਸਾਹਿਬ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਨਾਲ ਨੇ, ਖੁਦ ਕਰਨਲ ਰਹੇ ਨੇ ਫੌਜ ਦੇ ਵਿੱਚ। ਤੇ ਨਾਲ ਸਾਡੇ ਕਾਂਗਰਸ ਵੱਲੋਂ ਸਰਦਾਰ ਸਰਜੀਤ ਸਿੰਘ ਸਵੈਜ ਸਾਹਿਬ ਨੇ ਔਰ ਰੁਪਿੰਦਰ ਮੁੰਡੀ ਆਮ ਆਦਮੀ ਪਾਰਟੀ ਵੱਲੋਂ ਇਸ ਪ੍ਰੋਗਰਾਮ 'ਚ ਸ਼ਾਮਲ ਨੇ। ਤੁਹਾਡਾ ਸਭ ਦਾ ਸਵਾਗਤ ਜੀ ਇਸ ਪ੍ਰੋਗਰਾਮ ਦੇ ਵਿੱਚ। ਕਰਨਲ CD ਸਿੰਘ ਕੰਬੋਜ ਸਾਹਿਬ, ਤੁਹਾਡੇ ਤੋਂ ਗੱਲ ਇਸ ਕਰਕੇ ਸ਼ੁਰੂ ਕਰ ਰਹੇ ਹਾਂ ਕਿ ਤੁਸੀਂ ਕਹਿ ਵੀ ਰਹੇ ਸੀ ਕਿ ਤੁਹਾਡੇ ਕੋਲ ਕੋਈ ਜ਼ਿਆਦਾ ਨਵੀਂ ਇਨਫੋਰਮੇਸ਼ਨ ਆਈ ਹੈ, ਔਰ ਪਲੱਸ ਤੁਸੀਂ ਆਪ ਫੌਜ 'ਚ ਰਹੇ ਹੋ, ਤੁਸੀਂ ਤੁਹਾਡਾ ਹੱਕ ਬਣਦਾ ਸਭ ਤੋਂ ਪਹਿਲਾਂ ਟਿੱਪਣੀ ਕਰਨ ਦਾ। ਕੀ ਕਰੋਗੇ ਟਿੱਪਣੀ? वादिया साहब, क्योंकि ये मेरी रेजिमेंट है जिथे मैं काफ़ी देर सर्विस की है 3 मीडियम, और वो उत्थे साडी एक बैटरी 16 बिहार की सपोर्ट दे विच सीगी। ये जदों ये मसला होया तां साडी जिहड़े जवान सीगे उन्हां नूं इन्फेंट्री रोल दे विच लिया ते एक सैक्शन उन्हां दी भी उन्हां दे नाल गई। ਜਿਹੜੀ ਗੱਲ ਮੋਦੀ ਸਾਹਿਬ ਕਹਿ ਰਹੇ ਨੇ ਔਰ ਜਿਹੜੀ ਗੱਲ ਤੁਸੀਂ ਰਾਹੁਲ ਜੀ ਦੇ ਕਹੇ, ਜਿਹੜਾ ਕਨਫਿਊਜ਼ਨ ਕੀ ਹੈ, ਮੈਂ ਉਸ ਦਿਨ ਵੀ ਇਹ ਕਲੀਅਰ ਕੀਤਾ ਸੀਗਾ ਕਿ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਹੈ ਉਹਦੇ ਉੱਤੇ ਜਿਹੜਾ PP14 ਹੈ, ਮਤਲਬ ਉਹ ਕੋਈ ਪੋਸਟ ਨਹੀਂ ਹੁੰਦੀ, ਉਹ ਪੈਟਰੋਲ ਪੁਆਇੰਟ ਹੈ। ਉੱਥੇ ਸਾਡੇ ਵੀ ਬੰਦੇ ਜਾਂਦੇ ਨੇ ਔਰ ਉੱਥੇ ਉਹਨਾਂ ਦੇ ਵੀ ਬੰਦੇ ਜਾਂਦੇ ਨੇ, ਤੇ ਲਾਈਨ ਆਫ ਐਕਚੁਅਲ ਕੰਟਰੋਲ ਦੇ ਨਾਲ ਨਾਲ ਉਹ ਵੀ ਪੈਟਰੋਲਿੰਗ ਕਰਦੇ ਨੇ ਔਰ ਅਸੀਂ ਵੀ ਪੈਟਰੋਲਿੰਗ ਕਰਦੇ ਹੈਗੇ। ਜਦੋਂ ਉਹਨਾਂ ਨੇ ਉੱਥੇ ਆ ਕੇ ਇੱਕ ਕੰਸਟਰਕਸ਼ਨ ਜਿਹੀ ਕਰਨੀ ਸ਼ੁਰੂ ਕਰ ਦਿੱਤੀ, ਹੁਣ ਉਹ ਸੰਗਠ ਸੀ ਜਾਂ ਬੰਕਰ ਸੀ ਜਾਂ ਕੁਝ ਹੋਰ ਸੀਗਾ, ਤਾਂ ਇਸ ਤੋਂ ਬਾਅਦ ਜਿਹੜਾ ਹੈ ਦੋਨਾਂ ਦੀ ਮੁਲਕਾਂ ਦੀ ਹਾਇਰ ਲੈਵਲ ਦੇ ਉੱਤੇ ਫੌਜੀਆਂ ਦੀ ਮੀਟਿੰਗ ਹੋਈ ਔਰ ਇਹ ਫੈਸਲਾ ਹੋਇਆ ਕਿ ਉਹ ਵਾਪਸ ਚਲੇ ਜਾਣਗੇ। ਜਦੋਂ ਉਹ ਨਹੀਂ ਗਏ, ਜਾਣ ਲੱਗੇ, ਤਾਂ ਜਿਹੜੇ ਸਾਡੇ CO ਸਾਹਿਬ ਸੀਗੇ ਬਾਬੂ ਜੀ, ਉਹ ਕੁਝ ਬੰਦਿਆਂ ਨੂੰ ਨਾਲ ਲੈ ਕੇ ਉੱਥੇ ਗਏ, ਕਿਉਂਕਿ ਪਹਿਲਾਂ ਵੀ ਔਰ ਲੈਫਟੀਨੈਂਟ ਜਨਰਲ ਕੁਲਕਰਨੀ ਨੇ ਵੀ ਕਿਹਾ ਕਿ ਅਸੀਂ ਤਾਂ ਉੱਥੇ ਮਤਲਬ ਜਾਂਦੇ ਹੀ ਰਹਿੰਦੇ, ਕੋਈ ਹਥਿਆਰ ਤੋਰ ਲੈ ਕੇ ਨਹੀਂ ਜਾਂਦੇ, ਕਿਉਂਕਿ ਸੰਧੀ ਦੇ ਮੁਤਾਬਕ ਇਹ ਜਿਹੜੀ ਲਾਈਨ ਆਫ ਐਕਚੁਅਲ ਕੰਟਰੋਲ ਹੈ ਉਹਦੇ ਤੁਸੀਂ 2 ਕਿਲੋਮੀਟਰ ਉਧਰ ਔਰ 2 ਕਿਲੋਮੀਟਰ ਇੱਧਰ ਤੱਕ ਕੋਈ ਹਥਿਆਰ ਨਹੀਂ ਲਿਜਾ ਸਕਦੇ, ਔਰ ਉਹ ਨੋ ਮੈਨ ਲੈਂਡ ਹੈ। ਜੇ ਹੁਣ ਮੋਦੀ ਸਾਹਿਬ ਕਹਿੰਦੇ ਨੇ ਕਿ ਬਈ ਉਹ ਸਾਡੇ ਪਾਸੇ ਨਹੀਂ ਆਏ, ਪਰ ਉਹ ਜਿਹੜੀ ਗੱਲ ਹੈ ਉਹਦੀ ਨੋ ਮੈਨ ਲੈਂਡ ਦੇ ਵਿੱਚ ਪੈਟਰੋਲ ਪੁਆਇੰਟ 14 ਹੈ, ਉੱਥੇ ਉਹਨਾਂ ਨੇ ਕੰਸਟਰਕਸ਼ਨ ਕਰਨੀ ਸ਼ੁਰੂ ਕੀਤੀ। ਇਹ ਜਿਹੜੇ ਔਰ ਇਹਨਾਂ ਨੇ ਦੇਖਿਆ ਕਿ ਜਿਹੜੇ ਬੰਦੇ ਰੋਜ਼ ਉੱਥੇ ਹੁੰਦੇ ਸੀ, ਕਿਉਂਕਿ ਇੱਕ ਦੂਜੇ ਨੂੰ ਜਾਣਦੇ ਨੇ, ਰੋਜ਼ ਤਾਂ ਉੱਥੇ ਪੈਟਰੋਲਿੰਗ ਕਰਦੇ ਨੇ ਇਕੱਠੀ, ਉਹ ਨਵੇਂ ਬੰਦੇ ਸੀਗੇ। ਇੱਥੇ ਇਹਨਾਂ ਨੇ ਉਹਨਾਂ ਨੂੰ ਜਦੋਂ ਕਿਹਾ, ਕੁਝ ਗੱਲਬਾਤ ਹੋਈ, ਤੇ ਉਹਨਾਂ ਨੇ ਜਿਹੜਾ ਹੈ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ। ਜਦੋਂ ਹਮਲਾ ਕਰ ਦਿੱਤਾ, ਲੜਾਈ ਜੀ ਸ਼ੁਰੂ ਹੋਈ ਔਰ ਜਿਹੜਾ ਹੈ ਕਰਨਲ ਸਾਹਿਬ ਥੱਲੇ ਡਿੱਗੇ, ਕੋਈ ਰੋਡ ਮਾਰੀ, ਤਾਂ ਇਧਰੋਂ ਜਿਹੜੇ ਪਿੱਛੋਂ ਬੰਦੇ ਸੀ ਇਹ ਵੀ ਜਿਹੜੇ ਹੈ ਭੱਜ ਕੇ ਅੱਗੇ ਗਏ, ਉਹਨਾਂ ਦੇ ਪਿੱਛੇ ਬੰਦੇ ਲੁਕੇ ਹੋਏ ਆ ਗਏ। ਉੱਥੇ ਜਿਹੜਾ ਹੈ ਆਪਸ ਦੇ ਵਿੱਚ ਕਾਫੀ ਲੜਾਈ ਹੋਈ, ਤੇ ਮੈਂ ਤੁਹਾਨੂੰ ਬੜੇ ਮਾਣ ਨਾਲ ਦੱਸਦਾ ਕਿ ਜਿਹੜੇ ਸਾਡੇ ਮੁੰਡੇ ਸੀ 3 ਮੀਡੀਅਮ ਪਿਓਰ ਸਿੱਖ ਯੂਨਿਟ ਹੈ, ਇਹ ਸਾਡੇ 2 ਜਿਹੜੇ ਨਾਇਬ ਸੂਬੇਦਾਰ ਮਨਦੀਪ ਸਿੰਘ ਔਰ ਨਾਇਬ ਸੂਬੇਦਾਰ ਸਤਨਾਮ ਸਿੰਘ ਸ਼ਹੀਦ ਵੀ ਹੋਏ ਨੇ। ਇਹ ਜਦੋਂ ਗੁੱਥਮ ਗੁੱਥੀ ਹੋ ਰਹੀ ਸੀ ਤਾਂ ਪਿੱਛੋਂ ਕਿਸੇ ਅਫਸਰ ਨੇ ਜਾਂ ਸੂਬੇਦਾਰ ਸਾਹਿਬ ਨੇ ਕਿਹਾ, ਓਏ ਫੜ ਲਿਓ, ਚੱਕ ਲਿਓ ਇਹਨਾਂ ਨੂੰ ਇੱਥੇ। ਤਾਂ ਆਪਣੇ ਜਿਹੜੇ ਮੁੰਡੇ ਤਾਂ ਕਬੱਡੀ ਖੇਡਦੇ, ਜਿੱਦਾਂ ਕਲਾਵਾ ਭਰਿਆ, ਤੇ 3 ਬੰਦੇ ਉਹਨਾਂ ਦੇ ਚੱਕ ਕੇ ਜਿਹੜਾ ਹੈ ਮੋਢਿਆਂ ਦੇ ਉੱਤੇ ਭੱਜ ਕੇ ਇੱਧਰ ਆਪਣੇ ਵਾਲੇ ਪਾਸੇ ਨੂੰ ਲੈ ਆਏ। ਉਹ ਜਿਹੜੇ 3 ਬੰਦੇ ਇਹਨਾਂ ਨੇ ਚੱਕ ਕੇ ਲਿਆਂਦੇ, ਆਪਣੇ ਸਿੱਖ ਫੌਜੀਆਂ ਨੇ, ਕਲਗੀਧਰ ਗੁਰੂ ਸਾਹਿਬ ਦੀ ਉਹਨਾਂ ਤੇ ਬਖਸ਼ਿਸ਼ ਹੈ ਕਿ ਉਹ ਬੰਦੇ ਜਿਹੜੇ ਚੱਕ ਕੇ ਲੈ ਆਏ, ਉਹਨਾਂ ਵਿੱਚੋਂ ਰਾਤ ਨੂੰ ਤਾਂ ਪਤਾ ਨਹੀਂ ਲੱਗਾ, ਸਵੇਰੇ ਉਹਨਾਂ ਵਿੱਚੋਂ ਇੱਕ ਕਰਨਲ ਸੀ
ਤੇ ਦੋ ਦੂਜੇ ਬੰਦੇ ਜਿਨ੍ਹਾਂ ਦੇ ਹੁਣ ਜਿਹੜਾ ਸਵਾਲ ਇਹ ਹੈ ਕਿ PP14 ਤੱਕ ਨੋ ਮੈਨ ਲੈਂਡ ਹੈ, ਇਸ ਕਰਕੇ ਮੋਦੀ ਸਾਹਿਬ ਕਹਿੰਦੇ ਨੇ ਉਹ ਸਾਡੇ ਵਾਲੇ ਪਾਸੇ ਨਹੀਂ ਆਏ, ਨਾ ਕੋਈ ਉੱਥੇ ਪੋਸਟ ਹੈ, ਲੇਕਿਨ ਉਹ ਨੋ ਮੈਨ ਲੈਂਡ ਸੀਗੀ, ਇਸ ਕਰਕੇ ਸਾਰਾ ਕਨਫਿਊਜ਼ਨ ਹੈ। ਕਰਨਲ ਸਾਹਿਬ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਦਾ ਜਵਾਬ ਆਪਾਂ ਇਹ ਲੱਭ ਲਈਏ। ਇੱਥੇ ਤੁਸੀਂ ਦੇਖੋਗੇ ਇੱਕ ਸੈਟੇਲਾਈਟ ਦੀ ਫੋਟੋ ਲਗਾਤਾਰ ਆ ਰਹੀ ਹੈ, ਇੱਕ ਜਰਨਲਿਸਟ ਨੇ ਦਿੱਤੀ ਹੈ, ਉਹਦੇ ਵਿੱਚ ਦਿਖਾਇਆ ਜਾ ਰਿਹਾ ਵੀ ਕਿੰਨਾ ਅੰਦਰ ਜਿਹੜਾ ਹੈ ਚੀਨ ਦੇ ਫੌਜੀ ਬੈਠੇ ਨੇ। ਦੇਖੋ ਹੁਣ ਉਹ ਜਿਹੜੀ ਤੁਸੀਂ ਦੇਖ ਰਹੇ ਹੋ ਸਕਰੀਨ ਤੇ, ਇਹ ਉਹੀ ਫੋਟੋ ਹੈ। ਇਹਦੇ ਬਾਰੇ ਵੀ ਆਪਾਂ ਦੇਖੀਏ ਵੀ ਇਹ ਕੀ ਚੀਜ਼ ਹੈ। ਸਰ ਇਹੀ ਤਾਂ ਮੈਂ ਕਹਿ ਰਿਹਾ ਹੈਗਾ ਕਿ ਇਹ ਜਿਹੜੀ ਫੋਟੋ ਹੈ, ਜਿਹੜੇ ਉਹਨਾਂ ਨੇ ਬਿਲਡਅਪ ਸ਼ੁਰੂ ਕੀਤਾ, ਮੈਂ ਪਿਛਲੀ ਵੀ ਕੀਤਾ ਸੀਗਾ ਕਿ ਈਸਟਰਨ ਲਦਾਖ ਦੇ ਵਿੱਚ ਉਹਨਾਂ ਨੇ ਕਾਫੀ ਵੱਡਾ ਬਿਲਡਅਪ ਸ਼ੁਰੂ ਕੀਤਾ, ਲੇਕਿਨ ਇਹ ਸਾਰੇ ਦਾ ਸਾਰਾ ਜਿਹੜੇ ਲਾਈਨ ਆਫ ਐਕਚੁਅਲ ਕੰਟਰੋਲ ਦੇ ਪਰਲੇ ਪਾਸੇ ਹੈ। ਦਿਸ ਇਜ਼ ਵਾਟ ਆਈ ਐਮ ਸੇਇੰਗ। ਇਸ ਕਰਕੇ ਜਿਹੜਾ ਹੈ ਕਰਨਲ ਸਾਹਿਬ ਜਦੋਂ ਮੋਦੀ ਸਾਹਿਬ ਇਹ ਕਹਿੰਦੇ ਨੇ ਕਿ ਉਹ ਅੰਦਰ ਨਹੀਂ ਆਏ ਤੇ ਉਸ ਅਗਲੇ ਦਿਨ ਉਹਨਾਂ ਦਾ ਚੀਨ ਵੱਲੋਂ ਇਮੀਡੀਏਟ ਜਿਹੜਾ ਰਿਐਕਸ਼ਨ ਆਉਂਦਾ ਕਿ ਜਿਹੜੀ ਹੈ ਗਲਵਾਨ ਘਾਟੀ ਸਾਡੀ ਹੈ, ਸਾਡਾ ਇਹ ਤੇ ਪੁਰਾਣਾ ਜਿਹੜਾ ਕਬਜ਼ਾ ਹੈ। ਹੁਣ ਇਹ ਪਤਾ ਕਰਨਾ ਪਏਗਾ, ਦੇਸ਼ ਨੂੰ ਦੱਸਣਾ ਪਏਗਾ ਗਲਵਾਨ ਘਾਟੀ ਚੀਨ ਦੀ ਹੈ ਜਾਂ ਹਿੰਦੁਸਤਾਨ ਦੀ। ਸਵੈ ਸਾਹਿਬ ਬਾਲੀਆ ਸਾਹਿਬ ਇਸ ਤਰ੍ਹਾਂ ਹੈ, ਸਾਹਿਬ ਕੋਈ ਦੁਬਾਰਾ ਜਾਣਿਆ ਸੀ ਕਰਨ ਸਾਹਿਬ ਆਉਣੇ ਜਿਹੜੇ ਇਹਨਾਂ ਦੀ ਟਿੱਪਣੀ ਲੈ ਲਈਏ। ਹਾਂਜੀ ਸਵੈ ਸਾਹਿਬ। ਸਭ ਤੋਂ ਪਹਿਲਾਂ ਮੈਂ ਗੱਲ ਸਾਫ਼ ਕਰਨੀ ਚਾਹੁੰਦਾ ਹਾਂ ਕਿ ਪੂਰਾ ਦੇਸ਼, ਹਰ ਦੇਸ਼ ਦਾ ਬੱਚਾ ਫੌਜ ਦੇ ਨਾਲ ਖੜਾ ਹੈ, ਪ੍ਰਧਾਨ ਮੰਤਰੀ ਜੀ ਦੇ ਨਾਲ ਖੜਾ ਹੈ, ਸਰਕਾਰ ਦੇ ਨਾਲ ਖੜਾ ਹੈ। ਜਿੱਥੇ ਦੇਸ਼ ਦੀ ਗੱਲ ਆਉਂਦੀ ਹੈ ਉੱਥੇ ਸਾਰਾ ਦੇਸ਼ ਇੱਕ ਗੁੱਟ ਹੈਗਾ। ਲੇਕਿਨ ਇਸ ਚਾਈਨਾ ਤੇ ਜਿਹੜਾ ਇੰਡੀਆ ਦਾ ਆ ਜਿਹੜਾ ਫਸਾਦ ਹੋਇਆ ਹੈ, ਇਹਦੇ ਵਿੱਚ ਮੌਕੇ ਦੀ ਸਰਕਾਰ ਨੇ, ਮੋਦੀ ਜੀ ਨੇ ਪੂਰੇ ਦੇਸ਼ ਨੂੰ ਹਨੇਰੇ 'ਚ ਰੱਖਿਆ, ਵਿਰੋਧੀ ਪਾਰਟੀਆਂ ਨੂੰ ਬੁਲਾ ਕੇ ਉਹਨਾਂ ਕੋਲ ਝੂਠ ਬੋਲਿਆ। ਹਾਲਾਂਕਿ ਚਾਹੀਦਾ ਇਹ ਸੀਗਾ ਕਿ ਸਾਰੇ ਦੇਸ਼ ਨੂੰ ਇਹ ਦੱਸਦੇ ਕਿ ਉੱਥੇ ਦੀ ਆਹ ਸਥਿਤੀ ਹੈਗੀ ਹੈ। ਕੋਈ ਗੱਲ ਨਹੀਂ, ਕੁਝ ਗੱਲਾਂ ਨਹੀਂ ਦੱਸਣੀਆਂ ਹੁੰਦੀਆਂ, ਸਟ੍ਰੈਟਜੀਕਲੀ ਨਹੀਂ ਦੱਸਣੀਆਂ ਹੁੰਦੀਆਂ, ਨਾ ਦੱਸੋ, ਲੇਕਿਨ ਝੂਠ ਨਾ ਬੋਲੋ। ਮੋਦੀ ਜੀ ਨੇ ਸਭ ਤੋਂ ਵੱਡਾ ਜੋ ਗੁਨਾਹ ਕੀਤਾ ਹੈ ਉਹ ਪੂਰੇ ਦੇਸ਼ ਨਾਲ ਕੀਤਾ ਹੈ, ਜਿਹੜਾ ਉਹਨਾਂ ਨੇ ਇਹ ਕਿਹਾ ਹੈ ਕਿ ਕੋਈ ਵੀ ਚਾਈਨਾ ਦਾ ਬੰਦਾ ਸਾਡੀ ਧਰਤੀ ਤੇ ਨਹੀਂ ਆਇਆ। ਉਹਨਾਂ ਨੇ ਇਹ ਕਹਿ ਕੇ ਪੂਰੀ ਗਲਵਾਨ ਘਾਟੀ ਨੂੰ, ਪੂਰੀ ਫਿੰਗਰ ਆਰ ਤੇ 4 ਤੋਂ ਲੈ ਕੇ 8 ਤੱਕ ਇਹ ਦਰਸਾਤਾ ਕਿ ਇਹ ਹਿੱਸਾ ਚੀਨ ਦਾ ਹੈ ਜੀ। ਇਹ ਇਸ ਤੋਂ ਵੱਡੀ ਗਲਤੀ, ਇਸ ਤੋਂ ਵੱਡੀ ਦੇਸ਼ ਨਾਲ ਜਿਹੜੀ ਹੈਗੀ ਹੈ, ਹੋਰ ਬੁਰੀ ਗੱਲ ਕੋਈ ਹੋ ਨਹੀਂ ਸਕਦੀ। ਕਿਉਂਕਿ ਦੇਸ਼ ਦੀ ਫੌਜ, ਸਾਡੇ ਨੌਜਵਾਨ ਇੰਚ ਲੈ ਜ਼ਮੀਨ ਪਿੱਛੇ ਲੜਦੇ ਨੇ, ਇੰਚ ਜ਼ਮੀਨ ਪਿੱਛੇ ਲੜਦੇ ਨੇ, ਪਿੱਛੇ ਨਹੀਂ ਹਟਦੇ। ਸਾਡੇ 20 ਜਵਾਨਾਂ ਨੇ ਜਾਨ ਦਿੱਤੀ ਹੈ, ਸ਼ਹਾਦਤ ਦਿੱਤੀ ਹੈ, ਉੱਥੇ ਇੰਚ ਧਰਤੀ ਵਹਾ ਜਾਨ ਦਿੱਤੀ ਹੈ। ਮੋਦੀ ਜੀ ਨੇ ਆਪਣੇ 2 ਲਫ਼ਜ਼ਾਂ ਦੇ ਵਿੱਚ ਏਦਾਂ ਹਜ਼ਾਰਾਂ ਕਿਲੋਮੀਟਰ ਦਾ ਏਰੀਆ ਚਾਈਨਾ ਨੂੰ कहता कि साडा नहीं है, साडा नहीं है मतलब चाइना का हैगा। हुण सारी दुनिया के सैटेलाइट, सारे एक्सपर्ट्स, सारे फौजी एक्सपर्ट्स कहते ने, डिफेंस मिनिस्टर अपने देश का खुद कह रहा है कि हजारां की गिनती दे विच चीन के फौजी उत्थे गलवान घाटी दे विच जिथे उन्होंने नहीं सी होना चाहिए वो आए हुए ने ते उत्थे अपने स्ट्रक्चर पक्के बना रहे हैं। इसे करके असीं मंग रहे हैं कि स्टेट्स को एंटी का मतलब हुंदा है कि जो स्थिति इस फसाद तो झगड़े तो पहला सी असीं वो बहाल करने वास्ते मंग कर रहे हैं। अगर कोई आया ही नहीं इत्थे, 5 महीने तो बाद कोई आया ही नहीं इत्थे, तां डिफेंस मिनिस्टर वालों, देश के एक्सटर्नल अफेयर्स मिनिस्ट्री वालों ये कहण दी की गल है, लोड़ सी कि असीं स्थिति जिहड़ी पहला वाली कायम करनी चाहुंदे हां, असीं चाइना ते दबाव पा रहे हैं कि पहला वाली स्थिति पा रखो। सो मोदी जी ने बहुत वड्डी गलती की है। ਇਹ ਗੱਲ ਕਹਿ ਕੇ ਕਿ ਗਲਵਾਨ ਘਾਟੀ ਜਿਹੜੀ ਹੈਗੀ ਹੈ ਏਰੀਆ ਉਹ ਪੂਰਾ ਚਾਈਨਾ ਦਾ ਹੈਗਾ ਜੀ। ਇਹ ਸਰੈਂਡਰ ਹੈ, ਕੰਸੀਡ ਕਹਿੰਦੇ ਨੇ ਇਹਨੂੰ। ਕਿਸੇ ਵੀ ਦੇਸ਼ ਦੀ, ਕੱਲੇ ਇੰਡੀਆ ਦੀ ਨਹੀਂ, ਕੋਈ ਵੀ ਦੇਸ਼ ਆਪਣੀ ਧਰਤੀ ਦਾ 1 ਇੰਚ 1 ਸੈਂਟੀਮੀਟਰ ਨਹੀਂ ਛੱਡਦਾ। ਉਹਦੇ ਪਿੱਛੇ ਲੜਾਈਆਂ ਹੁੰਦੀਆਂ ਨੇ, ਹਜ਼ਾਰਾਂ ਫੌਜੀਆਂ ਦੀ ਜਾਨਾਂ ਜਾਂਦੀਆਂ ਨੇ। ਕਰਨਲ ਸਾਹਿਬ ਤੁਸੀਂ ਪੋਚੇ ਨਾ ਪਾਓ, ਅਸੀਂ ਦੇਸ਼ ਦੇ ਨਾਲ ਹੈ, ਅਸੀਂ ਪ੍ਰਧਾਨ ਮੰਤਰੀ ਦੇ ਨਾਲ ਹੈ, ਪਰ ਕਿਰਪਾ ਕਰਕੇ ਤੁਸੀਂ ਪੂਰੀ ਫੌਜ ਨੂੰ ਤੇ ਪੂਰੇ ਦੇਸ਼ ਨੂੰ ਦਾਅ ਤੇ ਨਾ ਲਾਓ। ਤੁਸੀਂ ਪੋਲਿਟਿਕਸ ਪਹਿਲਾਂ ਕੀਤੀ ਹੈ, ਅਸੀਂ ਹੁਣ ਵੀ ਕਹਿੰਦੇ ਆ,
ਤੁਸੀਂ ਪਾਕਿਸਤਾਨ ਵੇਲੇ ਜਦੋਂ ਉੱਥੇ ਗਏ ਕਹਿੰਦੇ ਸੀ ਬਾਲਕਪੁਰ ਸਟ੍ਰਾਈਕ ਕਰਕੇ ਆਏ ਆ ਕੀਤਾ ਵਾ ਕੀਤਾ, ਉਦੋਂ ਵੀ ਤੁਹਾਨੂੰ ਪੋਲਿਟਿਕਸ ਨਹੀਂ ਸੀ ਕਰਨੀ ਚਾਹੀਦੀ। ਉਦੋਂ ਵੀ ਦੇਸ਼ ਸਾਡੀ ਪਾਰਟੀ ਤੇ ਲੋਕ ਤੁਹਾਡੇ ਨਾਲ ਸੀ, ਸਰਕਾਰ ਦੇ ਨਾਲ ਸੀ, ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਕੋਈ ਉਹ ਹੋਵੇ ਚਾਈਨਾ ਹੋਵੇ। ਲੇਕਿਨ ਤੁਸੀਂ ਪਹਿਲਾਂ ਸਿਆਸਤ ਕੀਤੀ ਹੈਗੀ ਹੈ, ਹੁਣ ਫਿਰ ਮੋਦੀ ਜੀ ਹੁਣ ਤੁਸੀਂ ਦੇਸ਼ ਨਾਲ ਇਹ ਮੈਂ ਤਾਂ ਕਹਿਣਾ ਕਿ ਬਹੁਤ ਵੱਡਾ ਧਰੋਹ ਕਮਾਇਆ ਹੈ। ਧਰੋਹ ਤੁਹਾਡੇ ਖਿਲਾਫ ਕੋਈ ਬੋਲਦਾ ਹੈ ਤੁਸੀਂ ਉਹਨੂੰ ਕਹਿੰਦੇ ਨੇ ਕਿ ਗਦਾਰ ਹੈਗਾ। ਤੁਸੀਂ ਪੂਰੇ ਦੇਸ਼ ਨਾਲ ਗਦਾਰੀ ਕੀਤੀ ਹੈ। ਤੁਸੀਂ ਸਾਡੇ ਫੌਜੀਆਂ ਦੀਆਂ ਲਾਸ਼ਾਂ ਤੇ ਜਿਹੜਾ ਹੈਗਾ ਇਹਨੂੰ ਤੁਸੀਂ ਪੋਲਿਟਿਕਸ ਕੀਤੀ ਹੈਗੀ ਹੈ। ਇਦਾਂ ਨਹੀਂ ਕਰਨਾ ਚਾਹੀਦਾ ਮੋਦੀ ਜੀ। ਮੈਂ ਹੁਣ ਵੀ ਬੇਨਤੀ ਕਰਾਂ ਤੁਹਾਨੂੰ ਜੀ, ਪੂਰਾ ਦੇਸ਼ ਤੁਹਾਡੇ ਨਾਲ ਹੈ, ਬੱਚਾ ਬੱਚਾ ਤੁਹਾਡੇ ਨਾਲ ਹੈ, ਲੇਕਿਨ ਤੁਸੀਂ ਇਹ ਨਾ ਕਹੋ ਕਿ ਸਾਡਾ ਗਲਵਾਨ ਧਰਤੀ ਦਾ ਸਾਡਾ ਹਿੱਸਾ ਨਹੀਂ ਹੈ, ਸਾਡੀ ਧਰਤੀ ਨਹੀਂ ਹੈ, ਉਹ ਸਾਡੀ ਧਰਤੀ ਹੈ, ਉਹ ਸਾਡਾ ਦਾ ਹਿੱਸਾ ਹੈਗਾ। ਇਸ ਕਰਕੇ ਕਿਰਪਾ ਕਰਕੇ ਆਪਣੇ ਬੋਲ ਦੇਖੋ। ਪ੍ਰਧਾਨ ਮੰਤਰੀ ਜੀ ਸਾਡੇ ਪਹਿਲੇ ਪ੍ਰਧਾਨ ਮੰਤਰੀ ਜੀ ਡਾਕਟਰ ਮਨਮੋਹਨ ਸਿੰਘ ਨੇ ਬਹੁਤ ਵਧੀਆ ਸ਼ਬਦਾਂ 'ਚ ਕਿਹਾ, ਉਹਦਾ ਮਤਲਬ ਹੈ ਮੋਦੀ ਜੀ ਅਸੀਂ ਤੁਹਾਡੇ ਨਾਲ ਆ, ਲੇਕਿਨ ਕਿਰਪਾ ਕਰਕੇ ਇਦਾਂ ਦੇ ਲਫ਼ਜ਼ ਨਾ ਵਰਤੋ ਜਿਸ ਤੋਂ ਇਹ ਲੱਗੇ ਕਿ ਅਸੀਂ ਆਪਣਾ ਜਿਹੜਾ ਹਿੰਦੁਸਤਾਨ ਦਾ ਏਰੀਆ ਚਾਈਨਾ ਨੂੰ ਦੇ ਦਿੱਤਾ ਹੈ। ਸੋ ਕਾਈਂਡਲੀ ਸਵਾਇ ਸਾਹਿਬ ਕਾਈਂਡਲੀ ਮੈਂ ਤੁਹਾਡੇ ਕੋਲ ਦੁਬਾਰਾ ਆਉਣਾ ਹੈ। ਮੈਂ ਕਰਨਲ ਸਾਹਿਬ ਕੋਲ ਇਸ ਤੋਂ ਪਹਿਲਾਂ ਕਿ ਮੁੰਡੀ ਸਾਹਿਬ ਕੋਲ ਜਾਵਾਂ, ਭਾਰਤੀ ਸਾਹਿਬ ਕੋਲ ਵੀ ਜਾਣਾ ਹੈ, ਲੇਕਿਨ ਕਰਨਲ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਜੋ ਸਵਾਇ ਸਾਹਿਬ ਨੇ ਕਹੀ ਹੈ। ਤੁਸੀਂ ਸਿਆਸਤ ਦੀ ਗੱਲ ਕੀਤੀ ਹੈ ਇਹਨਾਂ ਨੇ। ਕਰਨਲ ਸਾਹਿਬ ਤੁਸੀਂ ਇਹ ਕਿਹਾ ਸੀ ਕਿ ਤੁਹਾਡੀ ਰੈਜੀਮੈਂਟ ਉੱਥੇ ਹੈ, ਤੁਸੀਂ ਕਹਿ ਰਹੇ ਹੋ ਕਿ ਸਿੱਖ ਰੈਜੀਮੈਂਟ ਉੱਥੋਂ ਉਹਨਾਂ ਦੇ ਜਵਾਨ ਜਿਹੜੇ ਨੇ ਜਿਹੜੇ ਗੁਰੂ ਦੇ ਸਿੱਖ ਉਹਨਾਂ ਨੂੰ ਤਿੰਨਾਂ ਨੂੰ ਚੱਕ ਲਿਆਏ, ਜਿਹੜਾ ਇੱਕ ਅਫਸਰ ਵੀ ਸੀ ਚੀਨ ਦਾ। ਲੇਕਿਨ ਮੋਦੀ ਸਾਹਿਬ ਦਾ ਜੇ ਅੱਜ ਦਾ ਲੈਕਚਰ ਤੁਸੀਂ ਸੁਣਿਆ ਹੋਵੇ, ਉਹਨਾਂ ਨੇ ਬਿਹਾਰ ਦੇ ਇਲੈਕਸ਼ਨ ਬਿਹਾਰ 'ਚ ਆ ਰਹੀ ਹੈ ਨਾ, ਪੰਜਾਬ 'ਚ ਨਹੀਂ ਆ ਰਹੀ, ਉਹ ਕਹਿੰਦੇ ਬਿਹਾਰ ਰੈਜੀਮੈਂਟ ਨੇ ਕਰਮ ਕੀਤਾ ਹੈ, ਇਹ ਹਮਲਾ ਕੀਤਾ ਹੈ। ਇਸ ਕਰਕੇ ਮੈਂ ਨਮਨ ਕਰਦਾ ਬਿਹਾਰੀਆਂ ਨੂੰ ਜਿਨ੍ਹਾਂ ਨੇ ਦੇਸ਼ ਦੀ ਇੱਜ਼ਤ ਬਚਾਈ। ਉਹਨਾਂ ਨੇ ਤਾਂ ਨਾਂ ਵੀ ਨਹੀਂ ਲਿਆ ਤੁਹਾਡਾ, ਉਹ ਤਾਂ ਬਿਹਾਰ ਦਾ ਕਰ ਰਹੇ ਨੇ ਕਿ ਵੋਟਾਂ ਬਿਹਾਰ 'ਚੋਂ ਲੈਣੀਆਂ ਨੇ। ਸਿਆਸਤ ਹੋਰ ਕੀ ਹੁੰਦੀ ਹੈ? ਦੇਖੋ ਇਸ ਤਰ੍ਹਾਂ ਹੈਗਾ ਕਿ 16 ਬਿਹਾਰ ਰੈਜੀਮੈਂਟ ਜਿਹੜੀ ਹੈਗੀ ਹੈ ਉਹ ਇੱਕ ਹਾਂ ਮੈਂ ਜਵਾਬ ਦੇ ਰਿਹਾ ਸਰ। 16 ਬਿਹਾਰ ਰੈਜੀਮੈਂਟ ਜਿਹੜੀ ਸੀਗੀ ਉਹ ਉੱਥੇ ਸੀਗੀ ਤੇ ਸਾਡੀ ਇੱਕ ਬੈਟਰੀ 3 ਮੀਡੀਅਮ ਰੈਜੀਮੈਂਟ ਦੀ ਉਹਨਾਂ ਦੀ ਸਪੋਰਟ ਵਿੱਚ ਸੀਗੀ। ਜਿਹੜੀ 3 ਮੀਡੀਅਮ ਉਹ ਪਿਓਰ ਸਿੱਖ ਯੂਨਿਟ ਹੈ, ਸਾਰੇ ਆਪਣੇ ਬੱਚੇ ਨੇ ਔਰ ਮੈਂ ਉੱਥੇ ਬੜਾ ਪ੍ਰਾਊਡ ਹੈ ਕਿ ਮੈਂ ਉੱਥੇ ਜਿਹੜਾ ਹੈ 5 ਸਾਲ ਇਹਨਾਂ ਬਹਾਦਰਾਂ ਦੇ ਨਾਲ ਨੌਕਰੀ ਕੀਤੀ ਹੈਗੀ ਹੈ। ਮੈਂ ਤੁਸੀਂ ਇਹ ਗੱਲ ਜਿਹੜੀ ਹੈ ਤੁਸੀਂ ਜਿਹੜੀ ਕਹਿ ਰਹੇ ਹੈਗੇ ਹੋ, ਇਹ ਮੈਂ ਤਾਂ ਆਪ ਚਾਹਾਂਗਾ ਕਿ ਮੋਦੀ ਸਾਹਿਬ ਕੀ ਸਾਰਾ ਮੁਲਕ ਜਿਹੜਾ ਹੈ ਉਹ 3 ਮੀਡੀਅਮ ਦੇ ਜਿਹੜੇ ਸਿੱਖ ਹੈਗੇ ਨੇ ਜਿਹੜਾ ਇਹਨਾਂ ਨੂੰ ਫੜ ਕੇ ਲੈ ਨੇ ਔਰ ਜਿਨ੍ਹਾਂ ਦੇ ਬਦਲੇ ਉਹਨਾਂ ਨੇ ਕਰ ਰਹੇ ਹੋ, ਬਿਹਾਰ ਨੂੰ ਕਰ ਰਹੇ ਨੇ, ਉਹਨਾਂ ਨੇ ਬਿਹਾਰ ਨੂੰ ਕੀਤਾ। ਚਲੋ ਮੈਂ ਤੁਹਾਡੇ ਨੌਲੇਜ 'ਚ ਲੈ ਕੇ ਆਉਣਾ ਸੀ, ਉਹ ਮੇਰੀ ਗੱਲ ਤੇ ਸੁਣ ਲਓ ਵਾਲੀਆ ਸਾਹਿਬ, ਤੁਸੀਂ ਮੇਰੇ ਤੇ ਸੁਣ ਰਹੇ, ਮੈਂ ਇੱਕ ਕਹਿ ਰਿਹਾ ਹਾਂ। ਕਰਨਲ ਸਿਟੀ ਸਿੰਘ ਕੰਬੋਜ ਜਿਹੜੀ ਗੱਲ ਕਰ ਰਹੇ ਸੀ ਉਹਨਾਂ ਕੋਲ ਆਪਾਂ ਦੁਬਾਰਾ ਜਾਵਾਂਗੇ ਕਿ ਕਾਫੀ ਚਿਰ ਤੋਂ ਜਿਹੜੇ ਰੁਪਿੰਦਰ ਮੁੰਡੀ ਸਾਡੇ ਨਾਲ ਸ਼ਾਮਲ ਨੇ, ਉਹਨਾਂ ਦੀ ਟਿੱਪਣੀ ਲੈ ਲਈਏ। ਮੁੰਡੀ ਸਾਹਿਬ ਕੀ ਕਰੋਗੇ ਸਾਰੇ ਜਿਹੜੀ ਗੱਲਬਾਤ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੇਰਾ ਖਿਆਲ ਹੈ ਮੁੰਡੀ ਸਾਹਿਬ ਥੋੜੀ ਆਵਾਜ਼ ਨਹੀਂ ਆ ਰਹੀ, ਸ਼ਾਇਦ ਤੁਸੀਂ ਆਪਣਾ ਜਿਹੜਾ ਹੈ ਦੇਖੋ ਨੈਟ ਜੇ ਠੀਕ ਹੁੰਦਾ। ਤੇ ਭਾਰਤੀ ਸਾਹਿਬ ਅਸ਼ੋਕ ਭਾਰਤੀ ਜੀ ਭਾਰਤੀ ਜਨਤਾ ਪਾਰਟੀ ਤੋਂ ਤੁਸੀਂ ਵਾਲੀਆ ਜੀ ਇਹ ਜਿਹੜੀ ਹੈ ਇਸੇ ਇਸ਼ੂ ਤੇ ਗੱਲ ਕਰ ਸਕਦੇ। ਇਹਦੇ ਬਾਰੇ ਇਹੀ ਕਹਿਣਾ ਚਾਹੂੰਗਾ ਸਭ ਤੋਂ ਪਹਿਲਾਂ ਸਾਡੇ ਵਾਲੀਆ ਸਾਹਿਬ ਮੈਂ ਬੋਲਾਂ? ਹੈਲੋ ਜੀ ਹਾਂ ਵਾਲੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ 15 ਜੂਨ ਨੂੰ ਇਨਸੀਡੈਂਟ ਹੋਇਆ ਜਿਸ 'ਚ ਸਾਡੇ 20 ਜਵਾਨ ਜਿਨ੍ਹਾਂ ਚੋਂ 4 ਪੰਜਾਬ ਦੇ ਸੀ ਸ਼ਹੀਦ ਹੋ ਗਏ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਵਾਲੀਆ ਜੀ ਗੱਲ ਇਹ ਬੜੀ ਦੁਖਦਾਈ ਘਟਨਾ ਹੈਗੀ ਹੈ, ਲੇਕਿਨ ਇੱਕ ਸੈਂਸਿਟਿਵ ਇਸ਼ੂ ਹੈ, ਇੱਕ ਦੇਸ਼ ਦਾ ਇਸ਼ੂ ਹੈ, ਇਸ 'ਚ ਬੜੀ ਡਿਪਲੋਮੇਸੀ ਹੁੰਦੀ ਹੈ। ਅਸੀਂ ਜ਼ਿਆਦਾਤਰ ਮੀਡੀਆ ਤੇ ਡਿਪੈਂਡ ਰਹਿੰਦੇ ਹਾਂ, ਸਾਡੇ ਕੋਲ ਗ੍ਰਾਸ ਰੂਟ ਤੋਂ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੁੰਦੀ। ਲੇਕਿਨ ਕੰਬੋਜ ਸਾਹਿਬ ਕਿਉਂਕਿ ਉੱਥੇ ਰਹੇ ਹੈ ਔਰ ਇਹਨਾਂ ਨੇ ਦੱਸਿਆ ਕਿ ਸਿੱਖ ਰੈਜੀਮੈਂਟ ਜਿਹੜੀ ਹੈਗੀ ਆ ਉੱਥੇ ਜੋ ਇਹਨਾਂ ਨੇ 3 ਬੈਟਰੀ ਦਾ ਨਾਮ ਲਿਆ ਬਿਹਾਰ ਦੀ ਸਪੋਰਟ ਦੇ ਵਿੱਚ ਹੈ। ਔਰ ਸਾਡਾ ਪ੍ਰਾਈਮ ਮਿਨਿਸਟਰ ਇੱਕ ਗੱਲ ਕਹਿ ਰਿਹਾ ਕਿ ਸਾਡਾ 1 ਇੰਚ ਵੀ ਜਗ੍ਹਾ ਤੇ ਉਹਨਾਂ ਨੇ ਕਬਜ਼ਾ ਨਹੀਂ ਕੀਤਾ। ਔਰ ਸਾਡਾ ਹੋਮ ਮਿਨਿਸਟਰ ਕਹਿ ਰਿਹਾ ਹੈ, ਸਾਡਾ ਡਿਫੈਂਸ ਮਿਨਿਸਟਰ ਕਹਿ ਰਿਹਾ ਹੈ, ਸਾਡਾ ਮਿਲਟਰੀ ਆਫੀਸਰਸ ਕਹਿ ਰਿਹਾ ਹੈ। ਔਰ ਇਹ ਗੱਲ ਠੀਕ ਹੈ, ਜੋ 96 ਦਾ ਐਗਰੀਮੈਂਟ ਹੈ, ਮੇਰੇ ਕੋਲ ਐਗਰੀਮੈਂਟ ਦੀ ਕਾਪੀ ਹੈਗੀ ਹੈ ਇਸ ਟਾਈਮ। ਐਗਰੀਮੈਂਟ ਮੁਤਾਬਕ ਇਹ ਹੈ ਕਿ 2 ਕਿਲੋਮੀਟਰ ਪਰਲੇ ਪਾਸੇ ਤੇ 2 ਕਿਲੋਮੀਟਰ ਉਰਲੇ ਪਾਸੇ
ਸਾਡੇ ਜਿਹੜੇ ਜਵਾਨ ਹੈ ਉਹ ਬਿਨਾਂ ਹਥਿਆਰ ਤੋਂ ਪੈਟਰੋਲਿੰਗ ਕਰਦੇ ਆ, ਔਰ ਪੈਟਰੋਲਿੰਗ ਕਰਕੇ ਜੇਕਰ ਇੱਧਰ ਉੱਧਰ ਵੀ ਉਹ ਇੱਕ ਦੂਜੇ ਦੀ ਸਲਾਹ ਨਾਲ ਪੁੱਛ ਕੇ ਜਾਂਦੇ ਆ। ਜੋ ਮੀਡੀਆ 'ਚ ਸ਼ੁਰੂ 'ਚ ਰਿਪੋਰਟਾਂ ਆਈਆਂ, ਮੀਡੀਆ ਦੀ ਰਿਪੋਰਟਾਂ ਮੁਤਾਬਕ ਮੈਂ ਗੱਲ ਕਰ ਰਿਹਾ, ਉਸ 'ਚ ਕੰਬੋਜ ਸਾਹਿਬ ਨੇ ਜੋ ਇਹ ਦੱਸਿਆ ਉਹ ਇਹੀ ਸੀ ਕਿ ਪਰਲੇ ਪਾਸੇ ਜਿਹੜਾ ਹੈ ਉਹ ਕੰਸਟਰਕਸ਼ਨ ਕਰ ਰਹੇ ਸੀ, ਔਰ ਇੰਡੀਅਨ ਦੇ ਜਵਾਨ ਉਹ ਜਿਹੜੇ ਸੰਤੋਸ਼ ਬਾਹੂ ਸਾਡੇ ਕਰਨਲ ਸੀਗੇ ਉਹ ਵੀ ਨਾਲ ਸੀ। ਇਹ ਜਾ ਕੇ ਉੱਥੇ ਗਿਰਾਣਗੇ, ਗੱਲਬਾਤ ਕਰਨਗੇ ਤਾਂ ਅਚਾਨਕ ਉੱਥੇ ਹਮਲਾ ਹੋਇਆ, ਜਿਸ 'ਚ ਸਾਡੇ ਜਵਾਨ ਵੀ ਮਾਰੇ ਗਏ ਲੜਾਈ ਦੇ ਵਿੱਚ, ਔਰ ਉਹਨਾਂ ਦੇ ਜਵਾਨ ਵੀ ਜੋ ਮੀਡੀਆ ਰਿਪੋਰਟਾਂ ਹੈਗੀਆਂ 43 ਤੋਂ 50 ਤੱਕ ਮਾਰੇ ਗਏ। ਔਰ ਜੇ ਅਸੀਂ ਸੈਟੇਲਾਈਟ ਤੋਂ ਜੋ ਸਵੇਰ ਦੀਆਂ ਕੱਲ ਦੀਆਂ ਰਿਪੋਰਟਾਂ ਦਿਖਾ ਰਹੇ ਆ, ਉਹ ਦਿਖਾ ਰਹੇ ਦੋਨਾਂ ਪਾਸੋਂ ਖੜੇ ਆ ਔਰ ਆਪਦੀ ਜਗ੍ਹਾ 'ਚ ਖੜੇ ਆ, ਔਰ ਕਿਸੇ ਨੇ ਕੋਈ ਕਬਜ਼ਾ ਨਹੀਂ ਕੀਤਾ। ਅਸੀਂ ਕੋਈ ਇਹ ਨਹੀਂ ਕਿ ਚਾਈਨਾ ਨੇ ਟਵੀਟ ਕਰਤਾ ਅਸੀਂ ਚਾਈਨਾ ਤੇ ਡਿਪੈਂਡ ਰਹਾਂਗੇ। ਜਿੱਥੇ ਤੱਕ ਸਵੈਚ ਸਾਹਿਬ ਦੀ ਗੱਲ ਰਹੀ ਕਿ ਅਸੀਂ ਰਾਜਨੀਤੀ ਨਹੀਂ ਕਰਦੇ, ਦੇਖੋ ਜਿਸ ਦਿਨ 15 ਤਰੀਕ ਨੂੰ ਇੰਸੀਡੈਂਟ ਹੋ ਗਿਆ, 16 ਤਰੀਕ ਨੂੰ ਰਾਹੁਲ ਗਾਂਧੀ ਦਾ ਟਵੀਟ ਆਇਆ ਕਿ ਹਿੰਦੁਸਤਾਨ ਦੀ ਸੈਨਾ ਨੂੰ ਉੱਥੇ ਬਿਨਾਂ ਹਥਿਆਰ ਤੋਂ ਕਿਸ ਨੇ ਭੇਜਿਆ, ਉਹ ਸ਼ਹੀਦ ਹੋਏ, ਇਸ ਦਾ ਜ਼ਿੰਮੇਦਾਰ ਕੌਣ ਹੈ। ਔਰ ਦੁਬਾਰਾ ਹੁਣ ਆਇਆ ਕਿ ਸਰੈਂਡਰ ਮੋਦੀ ਦੇ ਨਾਮ ਤੇ ਵੀ ਉਹਨਾਂ ਨੇ ਗੱਲ ਕੀਤੀ। 50 ਸਾਲ ਦੇ ਹੋ ਗਏ 3-4 ਦਿਨ ਪਹਿਲਾਂ, ਔਰ ਇਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ। ਜਾਂ ਤਾਂ ਇਹ ਜਾਣਬੁੱਝ ਕੇ ਕਰਦੇ ਆ ਜਾਂ ਇਹ ਚਾਈਨਾ ਦੇ ਦਬਾਅ ਥੱਲੇ ਕਰਦੇ ਆ। ਮੈਂ ਚਾਈਨਾ ਦੇ ਦਬਾਅ ਦੀ ਗੱਲ ਤਾਂ ਗੱਲ ਕਰਕੇ ਨਾ, ਕਿਉਂਕਿ 2008 ਦੇ ਵਿੱਚ ਜਦੋਂ ਹਿੰਦੁਸਤਾਨ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਸੀ, ਔਰ ਕਮਿਊਨਿਸਟ ਪਾਰਟੀ ਨੇ ਇੱਥੇ ਨੋ ਕੌਨਫੀਡੈਂਸ ਮੋਸ਼ਨ ਦੇ ਵਿੱਚ ਨਾਲ ਸੀ, ਤਾਂ ਚਾਈਨਾ ਦੀ ਕਮਿਊਨਿਸਟ ਪਾਰਟੀ ਨੇ ਹਿੰਦੁਸਤਾਨ ਦੀ ਕਾਂਗਰਸ ਪਾਰਟੀ ਨਾਲ ਸਮਝੌਤਾ ਕੀਤਾ, ਔਰ ਸਮਝੌਤੇ ਵਿੱਚ ਕੌਣ ਸੀ? ਸੋਨੀਆ ਗਾਂਧੀ ਔਰ ਰਾਹੁਲ ਗਾਂਧੀ। ਔਰ ਜੋ ਸ਼ੀ ਚਿਨ ਹੁਣ ਹੈਗੇ ਉਹਨਾਂ ਦੇ ਪ੍ਰੈਜ਼ੀਡੈਂਟ ਹੈਗੇ, ਉਸ ਟਾਈਮ ਜਨਰਲ ਸੈਕਟਰੀ ਸੀਗੇ, ਔਰ ਸਾਡੇ ਰਾਹੁਲ ਗਾਂਧੀ ਜਨਰਲ ਸ਼ਾਇਦ ਭਾਰਤੀ ਸਾਹਿਬ ਦੀ ਜਿਹੜਾ ਸੰਪਰਕ ਜਦੋਂ ਦੁਬਾਰਾ ਹੁੰਦਾ ਤੁਹਾਡੇ ਨਾਲ ਗੱਲ ਕਰਾਉਂਦੇ ਆ। ਤੇ ਮੁੰਡੀ ਸਾਹਿਬ ਤੁਹਾਡੀ ਜੇ ਮੇਰੀ ਆਵਾਜ਼ ਸੁਣ ਰਹੇ ਹੋ ਤਾਂ ਤੁਸੀਂ ਗੱਲ ਕਰ ਸਕਦੇ ਹੋ। ਮੇਰਾ ਖਿਆਲ ਹੈ ਅੱਜ ਇੰਟਰਨੈਟ ਦੀ ਕਾਫੀ ਸਮੱਸਿਆ ਹੈ, ਲੇਕਿਨ ਮੈਂ ਇਹ ਗੱਲ ਜ਼ਰੂਰ ਦੱਸਣੀ ਚਾਹੁੰਦਾ ਅਸ਼ੋਕ ਭਾਰਤੀ ਜੀ, ਸੁਣ ਤਾਂ ਤੁਸੀਂ ਰਹੇ ਹੋਵੋਗੇ, ਆਵਾਜ਼ ਦੀ ਪ੍ਰੋਬਲਮ ਹੈ ਤੁਹਾਡੀ। ਤੇ ਉਹਦੇ 'ਚ ਇਹ ਹੈ ਕਿ ਜਿਹੜੇ ਡਿਫੈਂਸ ਮਿਨਿਸਟਰ ਹੈ ਇੰਡੀਆ ਦਾ ਔਰ ਸਾਡੇ ਜਿਹੜੇ ਫੌਜੀ ਜਰਨੈਲ ਨੇ ਉਹ ਬਿਲਕੁਲ ਵਿਰੋਧਾਭਾਸ ਹੈ। ਜਿਹੜੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਔਰ ਜੋ ਡਿਫੈਂਸ ਮਿਨਿਸਟਰ ਨੇ ਕਿਹਾ ਜਾਂ ਉਸ ਤੋਂ ਪਹਿਲਾਂ ਸਾਡੇ ਫੌਜ ਦੇ ਮੁਖੀ ਨੇ ਕਿਹਾ ਸੀ, ਬਿਲਕੁਲ ਡਿਫਰੈਂਟ ਹੈ। ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਫੌਜਾਂ 2.5 ਕਿਲੋਮੀਟਰ ਜਿਹੜੀਆਂ ਇੰਡੀਆ ਦੇ ਪਿੱਛੇ ਹਟਣਗੀਆਂ, ਉਹ ਜਿਹੜੇ ਅੱਗੇ ਵਧੇ ਨੇ ਉਹ ਵੀ ਪਿੱਛੇ 5 ਕਿਲੋਮੀਟਰ ਵਧਣਗੇ। ਇਹਦਾ ਮਤਲਬ ਉਹ ਠੀਕ ਕਹਿ ਰਹੇ ਨੇ, ਡਿਫੈਂਸ ਮਿਨਿਸਟਰ ਹੈ ਜਾਂ ਪ੍ਰਧਾਨ ਮੰਤਰੀ ਠੀਕ ਹੈ, ਇਹ ਤਾਂ ਫੈਸਲਾ ਲੋਕਾਂ ਨੇ ਕਰਨਾ ਹੈ। ਕਰਨਲ ਸਾਹਿਬ ਸੌਰੀ, ਉਸ ਟਾਈਮ ਜੋ ਤੁਸੀਂ ਗੱਲ ਕਰ ਰਹੇ ਸੀ ਮੈਨੂੰ ਜਾਣਾ ਪਿਆ, ਕਿਉਂਕਿ ਟਾਈਮ ਮੈਨੇਜਮੈਂਟ ਦੇ ਹਿਸਾਬ ਨਾਲ ਹਰ ਇੱਕ ਪਾਰਟੀ ਨੂੰ ਮੇਰੀ ਕੋਸ਼ਿਸ਼ ਹੁੰਦੀ ਹੈ ਜਿਹੜੇ ਵੀ ਰਿਪਰੈਜ਼ੈਂਟੇਟਿਵ ਹੁੰਦੇ ਨੇ ਉਹਨਾਂ ਨੂੰ ਇੱਕੋ ਜਿਹਾ ਟਾਈਮ ਮਿਲੇ। ਹਾਲਾਂਕਿ ਮੈਨੂੰ ਲੱਗਦਾ ਕਿ ਤੁਹਾਨੂੰ ਅੱਜ, ਕਿਉਂਕਿ ਤੁਹਾਡਾ ਆਪਣਾ ਫੀਲਡ ਹੈ, ਤੁਸੀਂ ਜਿਹੜੀ ਗੱਲ ਵਧੀਆ ਤਰੀਕੇ ਨਾਲ ਦੱਸ ਸਕਦੇ ਹੋ ਸਾਡੇ ਦਰਸ਼ਕਾਂ ਨੂੰ। ਲੇਕਿਨ ਸਵਾਲ ਇੱਥੇ ਹੀ ਹੈ ਕਿ ਬਿਲਕੁਲ ਜੇ ਅਸੀਂ ਨਿਰਪੱਖ ਹੋ ਕੇ ਟਿੱਪਣੀ ਕਰਦੇ ਹਾਂ ਤਾਂ ਇਹ ਕੰਟਰਾਡਿਕਸ਼ਨਸ ਨਹੀਂ ਆਉਣੀਆਂ ਚਾਹੀਦੀਆਂ ਜਿਹੜੀਆਂ ਮੈਂ ਹੁਣ ਤੁਹਾਨੂੰ ਦੱਸੀਆਂ ਨੇ ਕਿ ਡਿਫੈਂਸ ਮਿਨਿਸਟਰ ਕੁਝ ਹੋਰ ਕਹਿੰਦਾ, ਚੀਫ ਆਫ ਦੀ ਸਟਾਫ ਕੁਝ ਹੋਰ ਕਹਿੰਦਾ, ਨਰਵਾਣੇ ਸਾਹਿਬ ਕੁਝ ਹੋਰ ਕਹਿੰਦੇ ਨੇ, ਤੇ ਉਦੋਂ ਬਾਅਦ ਮੋਦੀ ਸਾਹਿਬ ਕੁਝ ਹੋਰ ਕਹਿੰਦੇ ਨੇ। ਗੱਲ ਫਿਰ ਉੱਥੇ ਹੈ ਕਿ ਉਦੋਂ ਬਾਅਦ ਇਹ ਨਹੀਂ ਕਿ ਉਹਨਾਂ ਚੀਨ ਨੇ ਟਵੀਟ ਕਰਤਾ ਅਸੀਂ ਗੱਲ ਮੰਨ ਲਈ ਕਿ ਇਸ ਤਰ੍ਹਾਂ ਦਾ ਹੋ ਗਿਆ, ਉਹਦੇ ਨਾਲ ਕੋਈ ਮਤਲਬ ਨਹੀਂ ਹੈ। ਗੱਲ ਤਾਂ ਹੈ ਉਸ ਤੋਂ ਪਹਿਲੀਆਂ ਰਿਪੋਰਟਾਂ ਜਿਹੜੀਆਂ ਕੁਝ ਹੋਰ ਸੀ, ਉਦੋਂ ਬਾਅਦ ਕੁਝ ਹੋਰ ਕਿਹਾ, ਤੇ ਫਿਰ ਉਦੋਂ ਬਾਅਦ ਹੁਣ ਉਹਨੇ ਆਪਦਾ ਹੱਕ ਜਤਾਉਣਾ ਸ਼ੁਰੂ ਕਰਤਾ। ਇਹੀ ਗੱਲਬਾਤ ਚੱਲ ਰਹੀ ਹੈ। ਇਹ ਤੇ ਹੁਣ ਤੁਹਾਡੀ ਟਿੱਪਣੀ ਸਾਰੀਆਂ ਗੱਲਾਂ ਤੇ। ਵਾਲੀਆ ਸਾਹਿਬ, ਜਿਹੜੀ ਪਹਿਲਾਂ ਤੁਸੀਂ ਗੱਲ ਕੀਤੀ ਕਿ ਉਹ 16 ਬਿਹਾਰ ਦਾ ਹੀ ਨਾਮ ਨੇ, ਐਕਚੁਅਲੀ 16 ਬਿਹਾਰ ਦੀ ਸੀ। ਔਰ ਸਾਡੀ ਜਿਹੜੀ ਰੈਜੀਮੈਂਟ ਹੈ ਇੱਕ ਸਪੋਰਟ ਰੋਲ ਦੇ ਵਿੱਚ ਸੀਗੀ, ਸ਼ਾਇਦ ਇਸ ਕਰਕੇ ਲਿਆ। ਲੇਕਿਨ ਜੀ ਨਿਊਜ਼ ਦੇ ਉੱਤੇ ਬਾਰ-ਬਾਰ ਰਿਹਾ ਹੈ ਕਿ 3 ਮੀਡੀਅਮ ਦੇ ਬੰਦਿਆਂ ਨੇ ਉਹਨਾਂ ਦਾ ਕਰਨਲ ਤੇ 2 ਬੰਦੇ ਫੜੇ। ਇਹ ਪੂਰਾ ਦਿਨ ਇਹ ਖਬਰ ਚੱਲੀ ਹੈ। 3 ਮੀਡੀਅਮ ਪਿਓਰ ਸਿੱਖ ਯੂਨਿਟ ਹੈ। ਔਰ ਜਿਹੜੀ ਹੈ ਮੈਂ ਸਮਝਦਾ ਕਿ 16 ਬਿਹਾਰ ਤੇ ਪੂਰਾ ਮੁਲਕ 3 ਮੀਡੀਅਮ ਤੇ ਇਹਨਾਂ ਸਿੱਖ ਨੌਜਵਾਨ ਕਰਜ਼ਾਈ ਰਹੇਗਾ, ਕਿਉਂਕਿ ਇਹਨਾਂ ਬੰਦਿਆਂ ਨੇ ਜਿਹੜੇ ਬੰਦੇ ਫੜੇ ਤਾਂ ਉਹਦੇ ਇਵਜ਼ ਦੇ ਵਿੱਚ ਉਹਨਾਂ ਨੇ ਸਾਡੇ ਬੰਦੇ ਛੱਡੇ। ਇਹ ਜਿਹੜਾ ਹੈ ਸਾਰੇ ਮੁਲਕ ਲਈ, ਸਾਰੇ ਪੰਜਾਬ ਲਈ, ਖਾਸ ਕਰਕੇ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ। ਇਹ ਗੱਲ ਅਗਲੀ ਜਿਹੜੀ ਹੈ ਤੁਸੀਂ ਕਰ ਰਹੇ ਹੈਗੇ ਹੋ ਕਿ ਜਿਹੜਾ there is a contradiction, ਔਰ ਜਿਹੜੀ ਆਪਣੇ ਮੇਰਾ ਛੋਟਾ ਵੀਰ ਹੈਗਾ ਸਵੈਚ, ਇਹ ਜਿਹੜਾ ਜੀ ਉਹ ਧੋਖਾ ਜੀ ਹੋ ਗਿਆ। ਪਲੀਜ਼ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ
ਜਿਹੜੀ ਗਲਵਾਨ ਘਾਟੀ ਦੇ ਵਿੱਚ ਉਹਨਾਂ ਨੇ ਜੇ ਟਵੀਟ ਦਿੱਤਾ ਤਾਂ ਤੁਸੀਂ ਉਹਨੂੰ ਸੱਚ ਮੰਨਦੇ ਹੋ? ਅਸੀਂ ਕਹਿੰਦੇ ਹਾਂ ਉਹ ਸਾਡੀ ਹੈ, ਉਹ ਕਹਿੰਦੇ ਨੇ ਸਾਡੀ ਹੈ, ਉਹ ਕਹੀ ਜਾਂਦੇ ਨੇ ਅਸੀਂ ਵੀ ਕਹੀ ਜਾਂਦੇ ਹਾਂ। 1962 ਦੇ ਵਿੱਚ 38,000 ਕਿਲੋਮੀਟਰ ਸਕੁਅਰ ਜਿਹੜੀ ਜ਼ਮੀਨ ਉਹ 1962 ਦੇ ਵਿੱਚ ਚੀਨੀਆਂ ਨੇ ਕਬਜ਼ਾ ਕਰ ਲਿਆ ਸੀਗਾ, ਔਰ 50 ਸਾਲ ਤੱਕ ਕਾਂਗਰਸ ਉਹਦੇ ਵਾਸਤੇ ਚੁੱਪ ਰਹੀ। ਕੀ ਕੀਤਾ? ਆਪਾਂ ਨੂੰ ਇਸ ਗੱਲਾਂ 'ਚ ਨਹੀਂ ਜਾਣਾ ਚਾਹੀਦਾ, ਜ਼ਰੂਰਤ ਨਹੀਂ। ਅੱਜ ਕੀ ਲੋੜ ਹੈ? ਅੱਜ ਲੋੜ ਹੈ ਕਿ ਪੂਰਾ ਮੁਲਕ ਇਕੱਠਾ ਹੈ ਔਰ ਅਸੀਂ ਨਾਲ ਹੈ। ਲੇਕਿਨ ਤੁਹਾਨੂੰ ਇੱਕ ਹੋਰ ਗੱਲ ਦੱਸਦੇ ਹਾਂ, ਜਿਹੜੀ ਗੱਲ ਸਰੈਂਡਰ ਵਾਲੀ ਕੀਤੀ ਹੈ ਉੱਥੇ ਦੀ ਮੈਂ ਤੁਹਾਨੂੰ ਦੱਸਦਾ ਕਿ ਸਾਡੀ ਇੰਜੀਨੀਅਰ ਰੈਜੀਮੈਂਟ ਨੂੰ ਹੁਕਮ ਹੋਇਆ ਕਿ ਗਲਵਾਨ ਨਾਡੀ ਦੇ ਉੱਤੇ ਜਿਹੜਾ ਹੈ ਜਲਦੀ ਤੋਂ ਜਲਦੀ ਪੁਲ ਕੰਪਲੀਟ ਕੀਤਾ ਜਾਵੇ। ਵੀਰਵਾਰ ਆਫਟਰਨੂਨ ਦੇ ਵਿੱਚ ਉਹ ਪੁਲ ਕੰਪਲੀਟ ਹੋਇਆ, ਕਿਉਂਕਿ ਉਹਦੇ ਨਾਲ ਸਾਡੀ ਕਨੈਕਟੀਵਿਟੀ ਵੱਧਦੀ ਸੀ ਔਰ ਸਾਡੇ ਜਹਾਜ਼ ਉੱਪਰ ਉੱਡ ਰਹੇ ਸੀਗੇ। ਚੀਨੀਆਂ ਦੀ ਹਿੰਮਤ ਨਹੀਂ ਹੋਈ ਕਿ ਆਗ ਰੋਕਣ ਨੂੰ, ਔਰ ਵੀਰਵਾਰ ਨੂੰ ਉਹ ਪੁਲ ਜਿਹੜਾ ਹੈ ਗਲਵਾਨ ਨਦੀ ਦੇ ਉੱਤੇ ਜਿਹੜਾ ਹੈ ਉਹ ਪੂਰਾ ਕੀਤਾ ਗਿਆ। ਇਸ ਵਕਤ ਹਿੰਦੁਸਤਾਨ, ਉਹ ਜਦੋਂ 1962 ਦੀ ਗੱਲ ਹੈ, ਸੁਹੇਜ ਸਾਹਿਬ ਤੁਹਾਡਾ ਕਸੂਰ ਨਹੀਂ, ਕਾਂਗਰਸ ਦਾ ਕਸੂਰ ਨਹੀਂ, ਕਿਉਂਕਿ ਇਸ ਪੂਰੇ ਏਰੀਆ 'ਚ ਸਾਡਾ ਖਾਲੀ ਇੱਕ ਬ੍ਰਿਗੇਡ ਸੀ। ਅੱਜ ਉੱਥੇ ਸਾਡੀ ਕੋਰ ਹੈ ਜਿੱਥੇ ਖਾਲੀ ਇੱਕ ਬ੍ਰਿਗੇਡ ਸੀ। ਇਸ ਕਰਕੇ ਅਸੀਂ ਜਿਹੜਾ ਹੈ ਉਸ ਵੇਲੇ ਲੜਾਈ ਸਾਡੇ ਵਾਸਤੇ ਇੰਨੀ ਸੰਭਵ ਨਹੀਂ ਸੀ, ਉਹ ਅਚਾਨਕ ਸਾਡੇ ਉੱਤੇ ਆ ਪਏ। ਲੇਕਿਨ ਅੱਜ ਸਾਡੇ ਉਸ ਏਰੀਆ ਦੇ ਵਿੱਚ 2,25,000 ਫੌਜੀ ਹੈ। ਉਹ ਜੇ ਔਰ ਚੀਨ ਦਾ ਖਿਆਲ ਕੀਤਾ 2,15,000 ਤੋਂ 2,40,000 ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਗਿਣਤੀ ਹੈ। ਅੱਜ ਅਸੀਂ ਕਿਸੇ ਪਾਸਿਓਂ ਵੀ ਘੱਟ ਨਹੀਂ, ਕਿਉਂਕਿ ਜਦੋਂ ਸਾਡੇ ਜਿਹੜੇ ਇਥੋਂ ਹਵਾਈ ਜਹਾਜ਼ ਜੈਗੁਅਰ MiG-29 Su-6 ਔਰ ਮਿਰਾਜ 2000 ਵਰਗੇ ਜਹਾਜ਼ ਸਾਡੇ ਕੋਲ ਨੇ। ਅੰਬਾਲੇ ਤੋਂ ਲੈ ਕੇ ਛਬੂਆ ਤੱਕ ਜਿਹੜੇ ਸਾਡੇ 에ਅਰਫੀਲਡ ਨੇ, ਉੱਥੋਂ 2 ਮਿੰਟਾਂ ਦੇ ਅੰਦਰ ਅੰਦਰ ਅਸੀਂ ਜਿਹੜਾ ਹੈ ਚਾਈਨੀਜ਼ ਬਾਰਡਰ ਦੇ ਉੱਤੇ ਪਹੁੰਚ ਸਕਦੇ ਹੈਗੇ ਆ। ਔਰ ਅੱਜ ਤਾਂ ਹੀ ਸੁਹੇਜ ਸਾਹਿਬ, ਅੱਜ ਤਾਂ ਹੀ ਚਾਈਨਾ ਨੇ ਕਿਹਾ ਕਿ ਆਓ ਗੱਲਬਾਤ ਕਰੀਏ। ਕਿਹਾ ਉਹ ਗਲਵਾਨ ਦੇ ਉੱਤੇ ਕਲੇਮ ਕਰਦੇ ਕਰੀ ਜਾਣ, ਅਸੀਂ ਵੀ ਕਰਦੇ ਹਾਂ, ਅਸੀਂ ਵੀ ਕਰੀ ਜਾਂਦੇ ਹਾਂ, ਤਾਂ ਇਟ ਇਜ਼ ਓਕੇ। ਲੇਕਿਨ ਫੈਸਲਾ ਜਿਹੜਾ ਹੈ ਹੋਣਾ ਹੈ। ਤੇ ਜਿਹੜੀ ਮੈਂ ਬਾਰ-ਬਾਰ ਕਹਿ ਰਿਹਾ ਕਰਨਲ ਸਾਹਿਬ ਕਿ ACT ਉਹ ਕਨਫਿਊਜ਼ਨ ਹੈ। ਇੱਕ ਲਾਈਨ ਹੈ ਜਿਹੜੀ ਐਕਚੁਅਲ ਕੰਟਰੋਲ ਦੀ ਹੈ, ਇੱਕ ਜਿਹੜੀ ਲਾਈਨ ਹੈ ਉਹ ਉਹਦੇ ਉੱਤੇ ਕਲੈਰਿਟੀ ਨਹੀਂ ਹੈ। ਉਹ ਵੀ ਕਹੀ ਜਾਂਦੇ ਨੇ, ਅਸੀਂ ਵੀ ਕਹੀ ਜਾਂਦੇ ਹੈਗੇ ਆ। ਲੇਕਿਨ ਅੱਜ ਸਾਨੂੰ ਇਸ ਸਿਆਸਤ 'ਚ ਪੈਣ ਦੀ ਲੋੜ ਨਹੀਂ। ਅੱਜ ਸਿਰਫ ਤੇ ਸਿਰਫ, ਕਿਉਂਕਿ ਜਿਹੜੀ ਗੱਲ ਤੁਹਾਡੀ ਇਨਫੋਰਮੇਸ਼ਨ ਦੀ ਹੈ, the information is given for the need to know basis। ਜਿੰਨੀ ਕੁ ਲੋੜ ਹੁੰਦੀ ਹੈ ਉਨੀ ਕੁ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਔਰ ਉਹਦੇ ਵਿੱਚ ਉਹ ਮੁਲਕ ਦੇ ਜਿਹੜੇ ਚੀਫ ਨੇ ਉਹਨਾਂ ਨੇ ਫੈਸਲਾ ਕਰਨਾ ਕੀ ਇਨਫੋਰਮੇਸ਼ਨ ਦੇਣੀ ਹੈ ਤੇ ਕੀ ਇਨਫੋਰਮੇਸ਼ਨ ਨਹੀਂ ਦੇਣੀ। ਜਿੱਥੋਂ ਤੱਕ ਚੀਨੀਆਂ ਦੇ ਮੌਤ ਦਾ ਸਵਾਲ ਹੈ ਕਿ ਕਿੰਨੇ ਬੰਦੇ ਮਰੇ, ਇਹਦੇ 'ਚ ਕਲੈਰਿਟੀ ਨਹੀਂ ਹੈ। ਨਾ ਉਹਨਾਂ ਨੇ ਦੱਸਣੀ ਹੈ, ਨਾ ਉਹ ਕਦੇ ਦੱਸੇ ਹੈ। ਇਹ ਮੰਨੇ ਹੈਗੇ ਨੇ ਕਿ ਸਾਡੀਆਂ ਕੈਜੁਅਲਟੀਜ਼ ਹੋਈਆਂ ਨੇ। ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਕਿੰਨੀਆਂ ਕੈਜੁਅਲਟੀਜ਼ ਹੋਈਆਂ ਨੇ, ਤਾਂ ਉਹ ਜਿਹੜਾ ਚਾਈਨੀਜ਼ ਜਿਹੜਾ ਸਪੋਕਸਪਰਸਨ ਹੀ ਸੈਡ ਆਈ ਹੈਵ ਗਾਟ ਨਥਿੰਗ ਟੂ ਸ਼ੇਅਰ। ਉਹਦੇ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਜੀ ਕਰਨਲ ਸਾਹਿਬ ਮੁੰਡੀ ਸਾਹਿਬ ਆ ਗਏ, ਉਹਨਾਂ ਦੀ ਟਿੱਪਣੀ ਲੈ ਲਈਏ, ਪਹਿਲਾਂ ਵੀ ਉਹਨਾਂ ਨਾਲ ਗੱਲ ਨਹੀਂ ਹੋ ਸਕੀ। ਹਾਂਜੀ ਮੁੰਡੀ ਸਾਹਿਬ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਦਾ, ਤੇ ਉਸ ਤੋਂ ਬਾਅਦ ਮੈਂ ਇਹ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਇਸ ਸਮੇਂ ਦੇਸ਼ ਨਾਲ ਖੜੀ ਹੈ, ਸਰਕਾਰ ਨਾਲ ਖੜੀ ਹੈ। ਪਰ ਮੈਂ ਇਹਦੇ ਨਾਲ ਹੀ ਇਹ ਕਹਿਣਾ ਚਾਹੂੰਗਾ ਕਿ ਇਸ ਸਰਕਾਰ ਨੂੰ ਤੇ ਮੋਦੀ ਜੀ ਨੂੰ ਮੇਰਾ ਖਿਆਲ ਹੈ ਕਿ ਬਹੁਮਤ ਦਾ ਗਰੂਰ ਹੈ। ਮੈਂ ਇਹਨਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਜੇ ਤੁਹਾਨੂੰ ਬਹੁਮਤ ਵੱਡਾ ਦਿੱਤਾ ਹੈ, ਮੈਂਡੇਟ ਵੱਡਾ ਦਿੱਤਾ ਜਨਤਾ ਨੇ, ਤਾਂ ਜਨਤਾ ਨੇ ਤੁਹਾਡੇ ਤੋਂ ਹਿਸਾਬ ਲੈਣ ਦਾ ਜਿਹੜਾ ਅਧਿਕਾਰ ਹੈ ਉਹ, ਤੇ ਮੋਦੀ ਜੀ ਹਰ ਸਮੇਂ ਗੁੰਮਰਾਹ ਕਰਦੇ ਨੇ, ਕ੍ਰੈਡਿਟ ਲੈਣ ਦਾ ਯਤਨ ਕਰਦੇ ਨੇ। ਫੌਜ ਤੇ ਮਾਣ ਹੈ ਸਾਡੀ, ਤੇ ਫੌਜ ਨੇ ਵੱਡੇ ਵੱਡੇ ਕੰਮ ਕਰੇ ਨੇ, ਅੱਗੇ ਵੀ ਕਰੇਗੀ। ਤੇ ਪਰ ਇਹ ਸਾਰਾ ਮੈਂ ਇਹ ਕਹਿਣਾ ਵੀ ਜਿਹੜਾ ਖਮਿਆਜ਼ਾ ਹੈ ਇਹ ਕਮਜ਼ੋਰ ਵਿਦੇਸ਼ ਨੀਤੀ ਦਾ, ਇਹ ਫੌਜ ਸਾਡੀ ਭੁਗਤ ਰਹੀ ਹੈ। ਤੇ ਇਹ ਵਿਦੇਸ਼ ਨੀਤੀ ਵੱਲ ਕੋਈ ਇਹਨਾਂ ਦਾ ਧਿਆਨ ਨਹੀਂ ਹੈਗਾ। ਇਲੈਕਸ਼ਨ ਮੋਡ ਦੇ ਵਿੱਚ ਰਹਿੰਦੇ ਨੇ ਹਰ ਵਕਤ, ਤੇ ਇਹਨਾਂ ਦਾ ਕਦੇ ਮਤਲਬ ਬਿਨਾਂ ਦੱਸੇ ਪਾਕਿਸਤਾਨ ਚਲੇ ਜਾਣਾ, ਫਿਰ ਪਾਕਿਸਤਾਨ ਨਾਲ ਸੰਬੰਧ ਵਿਗੜ ਜਾਣੇ, ਫਿਰ ਚਾਈਨਾ ਦੇ ਬਾਰ-ਬਾਰ ਗੇੜੇ ਕਰਨੇ, ਫਿਰ ਚਾਈਨਾ ਨਾਲ ਵਿਗੜ ਜਾਣਾ, ਔਰ ਨੇਪਾਲ ਤੱਕ ਵੀ ਸਾਨੂੰ ਅੱਖਾਂ ਦਿਖਾ ਰਿਹਾ। ਇਸ ਕਰਕੇ ਵਿਦੇਸ਼ ਨੀਤੀ ਕਮਜ਼ੋਰ ਹੈ। ਇਹਦੇ ਤੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਬਜਾਏ ਭਾਸ਼ਣਬਾਜ਼ੀ ਕਰਨ ਦੇ। ਤੇ ਇਹ ਬਾਰ-ਬਾਰ ਫੌਜੀਆਂ ਦਾ ਅਪਮਾਨ ਕਰਦੇ ਨੇ। ਅਸੀਂ ਦੇਖਿਆ ਕਰਨਲ ਸਾਹਿਬ ਕਿ ਕਿਸ ਤਰ੍ਹਾਂ ਇਹਨਾਂ ਨੇ ਮਤਲਬ ਸ਼ਹੀਦਾਂ ਦੀਆਂ ਫੋਟੋਆਂ ਸਟੇਜ ਦੇ ਪਿੱਛੇ ਲਾ ਕੇ ਵੋਟਾਂ ਮੰਗੀਆਂ ਨੇ। ਇਸ ਕਰਕੇ ਮੋਦੀ ਜੀ ਇਸ ਦੇਸ਼ ਦਾ ਜਿਹੜਾ ਹੈਗਾ
ਉਹ ਬਿਲਕੁਲ ਗਵਾ ਚੁੱਕੇ ਨੇ ਵਿਸ਼ਵਾਸ। ਤੇ ਇਹਨਾਂ ਨੂੰ ਮਤਲਬ ਦੇਸ਼ ਦੇ ਸਾਹਮਣੇ ਸੱਚਾਈ ਰੱਖਣੀ ਚਾਹੀਦੀ ਹੈ। ਜੀ ਜੀ ਅਸ਼ੋਕ ਭਾਰਤੀ, ਤੁਸੀਂ ਆਪਣੀ ਗੱਲ ਪੂਰੀ ਕਰ ਲਓ, ਫਿਰ ਮੈਂ ਸਵਾਲ ਸਾਹਿਬ ਕੋਲ ਜਾਣਾ। ਵਾਲੀਆ ਦੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਸ਼ਰਧਾਂਜਲੀ ਦਿੰਦੇ ਹਾਂ ਜੋ ਸਾਡੇ 20 ਜਵਾਨ ਸ਼ਹੀਦ ਹੋਏ, ਜਿਨ੍ਹਾਂ ਚੋਂ 4 ਪੰਜਾਬ ਦੇ ਸੀਗੇ। ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨੇ ਸਾਰੀ ਰਾਜਨੀਤਿਕ ਗੱਲ ਕੀਤੀ ਹੈ, ਇਸ ਤੋਂ ਇਲਾਵਾ ਕੋਈ ਗੱਲ ਨਹੀਂ, ਕਿਉਂਕਿ ਇਸ ਟਾਈਮ ਬੜਾ ਸੈਂਸਿਟਿਵ ਇਸ਼ੂ ਹੈ ਸਾਡਾ ਚਾਈਨਾ ਨਾਲ ਜਿਸ ਤਰ੍ਹਾਂ ਦਾ ਵੀ ਕਨਫਲਿਕਟ ਚੱਲ ਰਿਹਾ, ਔਰ ਇਸ ਦੇ ਵਿੱਚ ਸਾਨੂੰ ਬੜਾ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਔਰ ਦੂਸਰੀ ਗੱਲ ਇਹ ਹੈ ਕਿ ਉੱਥੋਂ ਵੀ ਅਸੀਂ ਜ਼ਿਆਦਾਤਰ ਮੀਡੀਆ ਦੇ ਉੱਤੇ ਡਿਪੈਂਡ ਹੈਗੇ ਹਾਂ, ਜੋ ਮੀਡੀਆ ਦੇ ਵਿੱਚ ਰਿਪੋਰਟਾਂ ਆਉਂਦੀਆਂ, ਗਰਾਊਂਡ ਰਿਐਲਿਟੀ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ। ਕੰਬੋਜ ਸਾਹਿਬ ਨੂੰ ਜ਼ਿਆਦਾ ਪਤਾ ਹੈਗਾ, ਕਿਉਂਕਿ ਕੰਬੋਜ ਸਾਹਿਬ ਨੇ ਦੱਸਿਆ ਕਿ ਉੱਥੇ ਰਹੇ ਆ ਔਰ ਕਿਸ ਤਰ੍ਹਾਂ ਦੇ ਹਾਲਾਤ ਰਹੇ ਆ। ਜਦੋਂ ਸ਼ੁਰੂ 'ਚ ਵੀ ਇਹ ਗੱਲ ਆਈ ਤਾਂ ਇਹ ਆਈ ਸੀ ਕਿ ਜਿਹੜੇ ਸਾਡੀ 1996 ਦੇ ਸਮਝੌਤੇ ਮੁਤਾਬਕ 2 ਕਿਲੋਮੀਟਰ ਇਧਰੋਂ ਇੰਡੀਆ ਵਾਲੀ ਸਾਈਡ ਤੇ 2 ਕਿਲੋਮੀਟਰ ਚਾਈਨਾ ਵਾਲੀ ਸਾਈਡ ਅਸੀਂ ਬਿਨਾਂ ਹਥਿਆਰ ਤੋਂ ਉੱਥੇ LAC ਤੇ ਲੈਂਡ ਆਫ ਐਕਚੁਅਲ ਕੰਟਰੋਲ ਦੇ ਉੱਤੇ ਪੈਟਰੋਲਿੰਗ ਕਰਦੇ ਸੀ, ਔਰ ਕੋਈ ਕੰਸਟਰਕਸ਼ਨ ਅਸੀਂ ਬਿਨਾਂ ਇੱਕ ਦੂਜੇ ਨੂੰ ਪੁੱਛੇ ਜਾਂ ਕੌਨਫੀਡੈਂਸ ਲਏ ਨਹੀਂ ਕਰ ਸਕਦੇ ਸੀ। ਜਦੋਂ ਉਹਨਾਂ ਨੇ ਕੰਸਟਰਕਸ਼ਨ ਕੀਤੀ ਤਾਂ ਸਾਡੇ ਸੰਤੋਸ਼ ਬਾਬੂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗਏ। ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੇ ਧੋਖੇ ਨਾਲ ਅਚਾਨਕ ਹਮਲਾ ਕਰਕੇ ਜੋ ਵੀ ਸਾਡੇ ਜਵਾਨ ਸ਼ਹੀਦ ਕੀਤੇ, ਸਾਡੇ ਲੋਕਾਂ ਨੇ ਵੀ ਸ਼ਹੀਦ ਕੀਤੇ। ਇਹ ਜਿਸ ਤਰ੍ਹਾਂ ਕਹਿੰਦੇ ਕਿ ਕਿੰਨੇ ਕੀਤੇ ਕਿੰਨੇ ਨਹੀਂ ਕੀਤੇ, ਤਾਂ 1962 ਦੀ ਲੜਾਈ ਦੇ ਵੀ ਅੱਜ ਤੱਕ ਉਹ ਮੰਨਦੇ ਨਹੀਂ ਕਿ ਕਿੰਨੇ ਹੋਏ ਕਿੰਨੇ ਨਹੀਂ ਹੋਏ। ਅੱਜ ਤੱਕ ਉਹ ਦੱਸਣ ਨੂੰ ਤਿਆਰ ਨਹੀਂ ਹੈਗੇ, ਨਾ ਹੀ ਉਹ ਦੱਸਣਗੇ, ਉਹਨਾਂ ਦੀ ਜਿਸ ਤਰ੍ਹਾਂ ਨੀਤੀ ਰਹੀ ਹੈ। ਲੇਕਿਨ ਇਸ ਟਾਈਮ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ, ਇਹਨਾਂ ਨੂੰ ਦੇਸ਼ ਨਾਲ ਰਹਿਣਾ ਚਾਹੀਦਾ ਹੈ। ਮੈਂ ਕਾਂਗਰਸ ਪਾਰਟੀ ਤੇ ਇੱਕ ਡਾਇਰੈਕਟ ਐਲੀਗੇਸ਼ਨ ਲਗਾਉਣਾ ਕਿ ਇਹਨਾਂ ਨੇ ਜੋ ਵੀ ਇਹਨਾਂ ਦਾ ਇਸ ਟਾਈਮ ਐਟੀਟਿਊਡ ਰਿਹਾ ਉਹ ਪ੍ਰੋ ਚਾਈਨਾ ਰਿਹਾ। ਜਦੋਂ 15 ਤਰੀਕ ਨੂੰ ਹੋਇਆ, 16 ਤਰੀਕ ਨੂੰ ਰਾਹੁਲ ਗਾਂਧੀ ਨੇ ਟਵੀਟ ਕਰਤਾ ਕਿ ਕਿਸਨੇ ਉੱਥੇ ਤੋਂ ਫੌਜੀਆਂ ਨੂੰ ਭੇਜਿਆ ਸੀ, ਉਹਨਾਂ ਦੀ ਸ਼ਹਾਦਤ ਦਾ ਜ਼ਿੰਮੇਦਾਰ ਕੌਣ ਹੈ, ਮੋਦੀ ਜੀ ਜਵਾਬ ਦੇਣ। ਉਹਨਾਂ ਨੇ ਸਰੈਂਡਰ ਮੋਦੀ ਕਹਿਤਾ। ਲੇਕਿਨ ਆਪਣੇ ਤੌਰ ਤੇ ਦੇਖਣ, 2008 ਦੇ ਵਿੱਚ ਕਾਂਗਰਸ ਪਾਰਟੀ ਦਾ ਕਮਿਊਨਿਸਟ ਪਾਰਟੀ ਆਫ ਚਾਈਨਾ ਨਾਲ ਸਮਝੌਤਾ ਹੋਇਆ, ਜਿਸ 'ਚ ਰਾਹੁਲ ਗਾਂਧੀ ਨੇ ਸਾਈਨ ਕੀਤੇ ਔਰ ਸੋਨੀਆ ਜੀ ਵੀ ਉੱਥੇ ਨਾਲ ਸੀ। ਔਰ ਕਦੇ ਤੁਸੀਂ ਦੇਖਿਆ ਕਿ 2 ਪੋਲੀਟੀਕਲ ਪਾਰਟੀਆਂ ਅਲੱਗ-ਅਲੱਗ ਦੇਸ਼ ਦੀਆਂ ਹੋਣ ਤੇ MOU ਸਾਈਨ ਹੋਵੇ, ਔਰ ਰਾਹੁਲ ਗਾਂਧੀ ਜੀ ਦੇ ਸਾਈਨ ਹੋਇਆ, ਉਧਰ ਜੀ ਪਿੰਨ ਦੇ ਸਾਈਨ ਹੋਏ ਆ ਜੋ ਉਸ ਟਾਈਮ ਜਨਰਲ ਸੈਕਟਰੀ ਸੀ। ਕਿ ਅਸੀਂ ਇੱਕ ਦੂਜੇ ਨੂੰ ਗੱਲ ਐਕਸਚੇਂਜ ਕਰਾਂਗੇ, ਪੋਲੀਟੀਕਲ ਟੂ ਕਾਂਗਰਸ ਤੋਂ ਇਲਾਵਾ ਨਹਿਰੂ ਐਂਡ ਗਾਂਧੀ ਫੈਮਿਲੀ, ਇੱਥੋਂ ਤੱਕ ਗੱਲ ਨਹੀਂ ਹੈਗੀ। ਦੂਜੀ ਗੱਲ ਇਹ ਵੀ ਹੈ, 2017 ਦੇ ਵਿੱਚ ਜਦੋਂ ਡੋਕਲਾਮ ਦਾ ਚੱਲ ਰਿਹਾ ਸੀ, ਉਸ ਟਾਈਮ ਰਾਹੁਲ ਜੀ ਵਾਡਰਾ ਫੈਮਿਲੀ ਨਾਲ ਇੰਡੀਆ ਦੇ ਵਿੱਚ ਜੋ ਚਾਈਨੀਜ਼ ਅੰਬੈਸਡਰ ਹੈ ਉਹਦੇ ਘਰ ਖਾਣਾ ਖਾ ਰਹੇ ਸੀ, ਉਹਨੂੰ ਮਿਲਣ ਗਏ ਸੀ ਔਰ ਬਾਅਦ ਚ ਮੁੱਕਰ ਗਏ। ਚਾਈਨੀਜ਼ ਜਦੋਂ ਅੰਬੈਸੀ ਨੇ ਉਸ ਨੂੰ ਕਨਫਰਮ ਕੀਤਾ, ਮੀਡੀਆ ਨੇ ਕਨਫਰਮ ਕੀਤਾ, ਤਾਂ ਫਿਰ ਇਹਨਾਂ ਨੂੰ ਮੰਨਣਾ ਪਿਆ। ਹੁਣ ਵੀ ਅਦਿੱਤ ਰੰਜਨ ਚੌਧਰੀ ਜੋ ਇਹਨਾਂ ਦੇ MP ਹੈਗੇ ਆ, ਉਹਨਾਂ ਨੇ ਲਿਖਿਆ ਕਿ ਚਾਈਨਾ ਇੱਕ ਸੱਪ ਹੈ, ਇਹਦਾ ਫਨ ਕੁਚਲ ਦੇਣਾ ਚਾਹੀਦਾ ਹੈ ਔਰ ਤਾਈਵਾਨ ਨੂੰ ਵੀ ਮਾਨਤਾ ਦੇ ਦੇਣੀ ਚਾਹੀਦੀ ਹੈ। ਪ੍ਰੈਸ਼ਰ ਐਡਾ ਪਾਉਣ ਦੀ ਕਿਹੜੀ ਗੱਲ ਸੀ ਕਿ ਟਵੀਟ ਨੂੰ ਡਿਲੀਟ ਕਰਾਇਆ। ਔਰ ਮੁੜ ਕੇ ਆਨੰਦ ਸ਼ਰਮਾ ਨੇ ਇੱਕ ਬੜਾ ਪੋਲਿਸ਼ਡ ਟਵੀਟ ਕੀਤਾ ਕਿ ਬੜੇ ਕਲਚਰਲ ਰਿਲੇਸ਼ਨ ਹੈ ਜੀ, ਬੜਾ ਇਹ ਹੈ ਉਹ ਹੈ। ਦੇਖੋ ਇਸ ਟਾਈਮ ਅਸੀਂ ਦੇਸ਼ ਦੇ ਨਾਲ ਖੜਨਾ ਚਾਹੀਦਾ, ਦੇਸ਼ ਵਿਵਸਥਾ ਦੇ ਵਿੱਚ ਹੈਗਾ ਜਾਂ ਦੇਸ਼ ਚਾਈਨਾ ਦੇ ਬਾਰਡਰ ਦੇ ਉੱਤੇ ਖੜਾ ਹੈਗਾ। ਸਾਨੂੰ ਦੇਸ਼ ਕਰਕੇ ਜਿਸ ਤਰ੍ਹਾਂ ਪਹਿਲਾਂ ਵੀ ਰਿਹਾ, ਵਾਜਪਾਈ ਜੀ ਨੇ ਇੰਦਰਾ ਗਾਂਧੀ ਨੂੰ ਦੁਰਗਾ ਕਿਹਾ ਸੀ, ਸਾਨੂੰ ਉਹਨਾਂ ਗੱਲਾਂ ਤੇ ਵੈਲਿਊ ਬੇਸਡ ਪੋਲਿਟਿਕਸ ਕਰਨੀ ਚਾਹੀਦੀ ਹੈ। ਸਾਨੂੰ ਚਾਈਨਾ ਨਾਲ ਨਹੀਂ, ਅੱਜ ਇੰਡੀਆ ਨਾਲ ਖੜਨਾ ਚਾਹੀਦਾ। ਔਰ ਇੰਡੀਅਨ ਪ੍ਰਾਈਮ ਮਿਨਿਸਟਰ ਕਹਿ ਰਿਹਾ, ਇੰਡੀਅਨ ਡਿਫੈਂਸ ਮਿਨਿਸਟਰ ਕਹਿ ਰਿਹਾ, ਇੰਡੀਅਨ ਹੋਮ ਮਿਨਿਸਟਰ ਕਹਿ ਰਿਹਾ, ਇੰਡੀਅਨ ਫੌਜਾਂ ਕਹਿ ਰਹੀਆਂ ਕਿ ਸਾਡੀ 1 ਇੰਚ ਤੇ ਜ਼ਮੀਨ ਤੇ ਕਬਜ਼ਾ ਨਹੀਂ, ਸਾਨੂੰ ਉਸ ਗੱਲ ਨੂੰ ਮੰਨਣਾ ਚਾਹੀਦਾ ਹੈ। ਜੀ ਜੀ ਅਸ਼ੋਕ ਭਾਰਤੀ, ਤੁਹਾਡੀ ਗੱਲ ਆ ਗਈ। ਸਵੈ ਸਾਹਿਬ, 2 ਗੱਲਾਂ ਇਸ ਤੋਂ ਪਹਿਲਾਂ ਕਿ ਮੈਂ ਟਿੱਪਣੀ ਕਰਨ ਲਈ ਬੇਨਤੀ ਕਰਾਂ। 2 ਗੱਲਾਂ ਜਿਹੜੀਆਂ ਅਸ਼ੋਕ ਭਾਰਤੀ ਜੀ ਤੋਂ ਨਿਕਲਦੀਆਂ ਨੇ, ਇੱਕ ਤਾਂ ਜਿਹੜੀ ਆਮ ਲੋਕਾਂ ਨੂੰ ਨਹੀਂ ਪਤਾ, ਸੱਚੀ ਗੱਲ ਪੁੱਛਦੇ ਹੋ, ਉਹਨਾਂ ਦੇ ਜਿਹੜੀ ਲੰਚ ਮੀਟਿੰਗ ਔਰ ਉਹਨਾਂ ਦੇ ਰਾਹੁਲ ਗਾਂਧੀ ਦੇ ਸਿਗਨੇਚਰ ਹੋਏ ਉਸ ਪਾਰਟੀ ਦੇ, ਇਹ ਮੈਨੂੰ ਨਹੀਂ ਪਤਾ MOU ਕੋਈ ਸਾਈਨ ਹੋਇਆ ਦੋਨੇ ਦੇਸ਼ਾਂ 'ਚ। ਜੇ ਹੋਇਆ ਤਾਂ ਇਨਫੋਰਮੇਸ਼ਨ ਜੋ ਭਾਰਤੀ ਜੀ ਨੇ ਦਿੱਤੀ ਹੈ, ਤੁਸੀਂ ਅੱਗੇ ਉਹ ਤੇ ਟਿੱਪਣੀ ਕਰ ਸਕਦੇ ਹੋ। ਦੂਜੀ ਗੱਲ ਜਿਹੜੀ ਇਸ ਕਿਸਮ ਦੀ, ਅਸਲ ਅੱਜ ਦਾ ਜਿਹੜਾ ਟੌਪਿਕ ਸੀ ਕਿ ਉੱਥੇ ਜੰਗ ਦਾ ਖਤਰਾ ਹੈ, ਸਿਆਸੀ ਪਾਰਟੀਆਂ ਪੂਰਾ ਨਹੀਂ ਆ ਰਿਹਾ। ਸਾਡੀ ਜਿਹੜਾ ਲਿਖਿਆ ਗਿਆ, ਸਿਆਸੀ ਪਾਰਟੀਆਂ ਦੀ ਜਿਹੜੀ ਸ਼ਬਦੀ ਜੰਗ ਤੇਜ਼ ਹੋ ਰਹੀ ਹੈ ਆਪਸ 'ਚ। ਹੁਣ ਜਿਵੇਂ ਸਰੈਂਡਰ ਮੋਦੀ ਕਹਿ ਦਿੱਤਾ, ਉਵੇਂ ਹੀ ਮਨਜਿੰਦਰ ਸਿੰਘ ਸਿਰਸਾ ਨੇ ਚਾਈਨੀਜ਼ ਗਾਂਧੀ ਕਹਿਤਾ ਰਾਹੁਲ ਗਾਂਧੀ ਨੂੰ, ਔਰ ਸਾਰੇ ਆਪਾਂ ਆਪਣੇ ਪੱਧਰ ਤੇ ਕੋਈ ਨਾ ਕੋਈ ਨਵਾਂ ਜਿਹੜਾ ਹੈ ਮੁਹਾਵਰਾ, ਨਵਾਂ ਸੋਚਾ ਛੱਡਿਆ ਜਾ ਰਿਹਾ। ਗੰਭੀਰ ਹੋ ਕੇ ਜਿਹੜੀ ਗੱਲ ਹੋਣੀ ਚਾਹੀਦੀ ਸੀ, ਸ਼ਾਇਦ ਉਹ ਨਹੀਂ ਹੋ ਰਹੀ। ਤੁਸੀਂ ਸਾਹਿਬ ਇਹ ਸਾਰੀਆਂ ਗੱਲਾਂ ਤੇ ਕੀ ਕਹਿਣਾ ਚਾਹੁੰਦੇ ਹੋ? ਦੇਖੋ,
ਪਿਛਲੇ 6 ਸਾਲ ਤੋਂ ਮੋਦੀ ਸਰਕਾਰ ਭਾਰਤ ਦੇ ਵਿੱਚ ਹੈਗੀ ਹੈ ਜੀ। ਇਹ 6 ਸਾਲ ਦੇ ਸਮੇਂ 'ਚ 18 ਵਾਰ ਮੋਦੀ ਜੀ ਉੱਥੋਂ ਦੇ ਜਿਹੜਾ ਪ੍ਰੈਜ਼ੀਡੈਂਟ ਹੈਗਾ ਸ਼ੀ ਉਹਨੂੰ ਮਿਲੇ ਨੇ, 5 ਵਾਰ ਚਾਈਨਾ 'ਚ ਗਏ ਨੇ। ਤੇ ਮੋਦੀ ਜੀ ਇਹ ਕਹਿੰਦੇ ਥੱਕਦੇ ਨਹੀਂ ਸੀ ਹੁੰਦੇ ਕਿ ਮੇਰੀ ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਨਾਲ ਮੇਰਾ ਖਾਸ ਦੋਸਤੀ ਹੈ ਉਹਦੇ ਨਾਲ, ਤੇ ਅਸੀਂ ਇਹ ਭਾਰਤ ਤੇ ਚਾਈਨਾ ਦੀ ਜਿਹੜੀ ਰਿਲੇਸ਼ਨਸ਼ਿਪ ਹੈਗੀ ਹੈ ਇਹਨੂੰ ਬਹੁਤ ਵੱਡੇ ਪੱਧਰ ਤੇ ਲੈ ਕੇ ਜਾ ਰਹੇ ਹਾਂ। ਤੇ ਸਾਡੀ ਇਸ ਤੋਂ ਕਦੇ ਪਹਿਲਾਂ ਦੋਨਾਂ ਦੇਸ਼ਾਂ ਦੇ ਵਿੱਚ ਇੰਨੀ ਗੂੜੀ ਦੋਸਤੀ ਨਹੀਂ ਹੋਈ ਸੀ। ਇਸ ਦੇ ਬਾਵਜੂਦ ਜਿਹੜੀ ਇਹ 2008 ਦੀ ਗੱਲ ਕਰਦੇ ਨੇ ਪਾਰਟੀਆਂ ਦੀ, ਕਮਿਊਨਿਸਟ ਪਾਰਟੀ ਆਫ ਚਾਈਨਾ ਤੇ ਜਾਂ ਇਹਦੀ ਇੰਡੀਅਨ ਜਿਹੜੀ ਕਾਂਗਰਸ ਪਾਰਟੀ ਦੀ ਗੱਲ ਕਰ ਰਹੇ ਨੇ, ਇਹ ਸਿਰਫ ਆਪਣੇ ਜਿਹੜੇ ਹੁਣ ਖਾਮੀਆਂ ਨੇ ਉਹਨੂੰ ਢੱਕਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਭਾਰਤੀਆਂ ਨੂੰ ਪੁੱਛਣਾ ਚਾਹੁੰਦਾ, ਜੇ ਤੁਸੀਂ ਕਹਿ ਰਹੇ ਹੋ, ਜੇ ਮੋਦੀ ਜੀ ਕਹਿ ਰਹੇ ਨੇ ਕਿ ਨਾ ਤਾਂ ਕੋਈ ਚਾਈਨਾ ਚੋਂ ਇੱਧਰ ਆਇਆ ਤੇ ਨਾ ਸਾਡਾ ਇਲਾਕਾ ਉਹਨਾਂ ਨੇ ਕਬਜ਼ਾ ਕੀਤਾ, ਕੋਈ ਫੌਜੀ ਨਹੀਂ ਆਇਆ, ਕੋਈ ਸਾਡੀ ਉੱਥੇ ਕੰਸਟਰਕਸ਼ਨ ਨਹੀਂ ਕੀਤੀ ਉਹਨਾਂ ਨੇ ਕਿਸੇ ਪੋਸਟ ਦੀ, ਤਾਂ ਫਿਰ ਸਾਡੇ ਜਿਹੜੇ 20 ਜਿਹੜੇ ਜਵਾਨ ਨੇ ਇਹਨਾਂ ਦੇ ਸ਼ਹਾਦਤਾਂ ਨੇ, ਜੇ ਉਧਰੋਂ ਇੱਧਰ ਕੋਈ ਆਇਆ ਨਹੀਂ, ਇੱਧਰੋਂ ਉੱਧਰ ਕੋਈ ਗਿਆ ਨਹੀਂ, ਉਹ ਕਿਉਂ ਹੋ ਗਈਆਂ ਜੀ? ਉਹ ਕਿਸ ਖਾਤੇ ਦੇ ਵਿੱਚ ਹੈ? ਉਹ ਕਿੱਥੇ ਲੜਾਈ ਹੋਈ ਹੈ? ਕਿਹੜੀ ਜਗ੍ਹਾ ਤੇ ਲੜਾਈ ਹੋਈ ਹੈ? ਕਿੱਥੇ ਸਾਡੀਆਂ ਜਾਨਾਂ ਗਈਆਂ ਫੌਜੀਆਂ ਦੀਆਂ? ਜਿਹੜਾ ਇਹ ਤਾਂ ਦੱਸੋ। ਭਾਰਤੀ ਜਨਤਾ ਪਾਰਟੀ ਜੀ ਇਦਾਂ ਨਹੀਂ ਚੱਲਦਾ ਹੁੰਦਾ। ਜਿਹੜੀ ਲੜਾਈ ਸਾਡਾ ਬਾਰਡਰ ਦੀ ਲੜਾਈ ਨਹੀਂ, ਐਮਓਯੂ ਹੋਇਆ ਕਿ ਨਹੀਂ ਹੋਇਆ? ਐਮਓਯੂ ਹੋਇਆ ਕਿ ਨਹੀਂ ਹੋਇਆ? ਵਿੱਚ ਨਾ ਬੋਲੋ, ਇਹ ਤਰੀਕਾ ਨਹੀਂ ਹੈਗਾ ਡਿਬੇਟ ਦਾ। ਵਿੱਚ ਨਾ ਬੋਲੋ ਭਾਰਤੀ, ਵਿੱਚ ਨਾ ਬੋਲੋ। ਇਸ ਕਰਕੇ ਮੈਂ ਕਰਨਲ ਸਾਹਿਬ ਨੂੰ ਇਹ ਕਹਿਣਾ, ਕਰਨਲ ਸਾਹਿਬ ਜਿਵੇਂ ਤੁਸੀਂ ਪੋਚੇ ਫੇਰ ਰਹੇ ਹੋ, ਅਗਰ ਚਾਈਨਾ ਦਾ ਇੱਕ ਵੀ ਫੌਜੀ ਸਾਡੇ ਪਾਸੇ ਨਹੀਂ ਆਇਆ ਤੇ ਸਾਡਾ ਫੌਜੀ ਚਾਈਨਾ ਦੇ ਇਲਾਕੇ 'ਚ ਨਹੀਂ ਗਿਆ, ਲੜਾਈ ਕਾਹਦੀ ਹੈ? ਚੱਪਾ ਕਹਿਦਾ। ਤੁਸੀਂ ਕਹਿ ਰਹੇ ਹੋ ਭਾਰਤੀ ਜੀ, ਭਾਰਤੀ ਜਨਤਾ ਪਾਰਟੀ ਤੁਸੀਂ ਕਹਿ ਰਹੇ ਹੋ ਕਿ ਅੱਜ ਹਿੰਦੁਸਤਾਨ ਤੇ ਵਿਪਤਾ ਹੈ। ਜੇ ਕੋਈ ਆਇਆ ਗਿਆ ਨਹੀਂ ਫਿਰ ਵਿਪਤਾ ਕਾਹਦੀ ਹੈ? ਕਿਹੜੀ ਵਿਪਤਾ? ਫਿਰ ਤੁਸੀਂ, ਇਹਦਾ ਮਤਲਬ ਇਹ ਹੈ ਕਿ ਤੁਸੀਂ ਦੇਸ਼ ਤੋਂ ਕੁਝ ਛੁਪਾ ਰਹੇ ਹੋ, ਲੁਕੋ ਰਹੇ ਹੋ। ਸਵੈ ਸਾਹਿਬ ਇੱਕ ਮਿੰਟ ਸੁਣੋ। ਸਵੈ ਸਾਹਿਬ, ਤੁਸੀਂ ਜਿਹੜੀ ਗੱਲ ਕਰ ਰਹੇ ਸੀ, ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ ਹੋ, ਫਿਰ ਆਪਾਂ ਜਾਣਦੇ ਹਾਂ ਕਰਨਲ ਸਾਹਿਬ ਕੋਲ। ਹਾਂਜੀ, ਮੈਂ ਭਾਰਤੀ ਜਨਤਾ ਪਾਰਟੀ ਨੂੰ ਇਹੀ ਗੱਲ ਚਾਹੁੰਦਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਜੀ ਇੱਕ ਗੱਲ ਕਹਿੰਦੇ ਨੇ, ਡਿਫੈਂਸ ਮਿਨਿਸਟਰ ਹੋਰ ਗੱਲ ਕਹਿੰਦੇ ਨੇ, ਵਿਦੇਸ਼ ਮੰਤਰੀ ਹੋਰ ਗੱਲ ਕਹਿੰਦੇ ਨੇ, ਤੇ ਫੌਜ ਗੱਲ ਹੋਰ ਕਹਿੰਦੀ ਹੈ। ਸੋ ਜੇ ਵੱਖਰੇ ਵੱਖਰੇ ਤੁਸੀਂ ਲੋਕਾਂ ਨੂੰ, ਤੁਸੀਂ ਜੇ ਸਾਡੇ ਹਿੰਦੁਸਤਾਨ ਦੇ ਭਾਰਤ ਦੇ ਲੋਕਾਂ ਨੂੰ ਵੱਖਰੀਆਂ ਵੱਖਰੀਆਂ ਗੱਲਾਂ ਕਰੋਗੇ ਤਾਂ ਸੁਭਾਵਿਕ ਹੀ ਹੈ ਕਿ ਲੋਕ ਤੁਹਾਨੂੰ ਸਵਾਲ ਪੁੱਛਣਗੇ। ਹਿੰਦੁਸਤਾਨ ਦੀ ਜਿਹੜੀ ਦੇਖੋ ਫੌਜ ਹੈਗੀ ਹੈ, ਇਹ ਹਮੇਸ਼ਾ ਆਪਣੇ ਬਾਰਡਰ ਵਾਸਤੇ ਲੜਦੀ ਆਈ ਹੈ, ਜਾਨਾਂ ਦਿੰਦੀ ਆਈ ਹੈ। ਇਹਦੀ ਖਮਤਾ ਵਾਸਤੇ ਸਾਨੂੰ ਕਦੇ ਕਿੰਤੂ ਪ੍ਰੰਤੂ ਨਹੀਂ ਸੀ ਤੇ ਅੱਜ ਵੀ ਨਹੀਂ ਹੈ। ਅੱਜ ਵੀ ਚਾਈਨਾ ਨਾਲ ਲੜਨ ਵਾਸਤੇ ਸਾਡੀ ਫੌਜ ਪੂਰੀ ਦਮ ਰੱਖਦੀ ਹੈ, ਮੈਨੂੰ ਹਰਾ ਸਕਦੀ ਹੈ, ਪਿੱਛੇ ਭਜਾ ਸਕਦੀ ਹੈ, ਉੱਥੇ ਜਾ ਕੇ ਮਾਰ ਸਕਦੀ ਹੈ। ਕੋਈ ਦੋਰਾਵਾ ਨਹੀਂ ਕਿ ਸਾਡੇ 20 ਫੌਜੀਆਂ ਜਾਨਾਂ ਗਈਆਂ ਨੇ, ਉਹਨਾਂ ਦੀਆਂ ਅਸੀਂ 40-50 ਤੋਂ ਜ਼ਿਆਦਾ ਜਾਨਾਂ ਲਈਆਂ ਹੋਣਗੀਆਂ। ਸਾਨੂੰ ਮਾਣ ਹੈ ਆਪਣੇ ਫੌਜੀਆਂ ਤੇ ਜਿਹੜੇ ਉੱਥੇ ਲੜਦੇ ਨੇ, ਚਾਹੇ ਉਹ ਬਿਹਾਰ ਦੀ ਰੈਜੀਮੈਂਟ ਹੋਵੇ, ਚਾਹੇ ਪੰਜਾਬ ਦੀ ਰੈਜੀਮੈਂਟ ਹੋਵੇ, ਸਾਰੇ ਸਾਡੇ ਫੌਜੀ ਬਹਾਦਰੀ ਨੇ। ਇਤਿਹਾਸ ਬਿਲਕੁਲ ਗਵਾਹ ਹੈ ਇਸ ਗੱਲ ਦਾ ਕਿ ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਲੜਾਈ ਵਾਸਤੇ ਹਮੇਸ਼ਾ ਵੱਧ ਚੜ ਕੇ ਹਿੱਸਾ ਪਾਇਆ। ਲੇਕਿਨ ਮੈਂ ਅੱਜ ਇਸ ਗੱਲ 'ਚ ਨਹੀਂ ਪੈਂਦਾ ਕਿ ਦੇਸ਼ ਦੇ ਕਿਹੜੇ ਸੂਬੇ ਨੇ ਜਾ ਜਨਮ ਦਿੱਤੀਆਂ। ਅੱਜ ਲੋੜ ਹੈਗੀ ਹੈ ਸਾਨੂੰ ਇਕੱਠੇ ਹੋਣ ਦੀ। ਅਸੀਂ ਇਕੱਠੇ ਹਾਂ, ਭਾਰਤੀ ਜਨਤਾ ਪਾਰਟੀ ਜੀ, ਪ੍ਰਧਾਨ ਮੰਤਰੀ ਜੀ, ਅਸੀਂ ਇਕੱਠੇ ਹਾਂ, ਅਸੀਂ ਤੁਹਾਡੇ ਨਾਲ ਆ। ਪਰ ਲੇਕਿਨ ਤੁਸੀਂ ਇਦਾਂ ਦੀ ਕਾਰਵਾਈ ਨਾ ਕਰੋ, ਇਦਾਂ ਦੇ ਬਿਆਨ ਨਾ ਦਿਓ ਜਿਹਦੇ ਨਾਲ ਦੁਨੀਆ ਦੇ ਵਿੱਚ ਦੇਸ਼ ਦੀ ਜਿਹੜੀ ਹੈਗੀ ਹੈ ਉਹ ਬੇਇੱਜ਼ਤੀ ਹੋਵੇ, ਦੇਸ਼ ਦੀ ਇਮੇਜ ਨੂੰ ਨੁਕਸਾਨ ਹੋਵੇ, ਦੇਸ਼ ਦੀ ਜਿਹੜੀ ਹੈਗੀ ਹੈ ਛਵੀ ਨੂੰ ਨੁਕਸਾਨ ਹੋਵੇ। ਪ੍ਰਧਾਨ ਮੰਤਰੀ ਜੀ ਦੇ ਜਿਹੜੇ ਵੱਖਰੇ ਵੱਖਰੇ ਬਿਆਨ ਨੇ, ਵਿਦੇਸ਼ ਮੰਤਰੀ ਦੇ ਵੱਖਰੇ ਵੱਖਰੇ ਬਿਆਨ ਨੇ, ਉਹਨਾਂ ਦੇ ਨਾਲ ਦੇਸ਼ ਦੀ ਛਵੀ ਨੂੰ ਨੁਕਸਾਨ ਹੋਇਆ ਹੈ, ਸਾਡੀ ਫੌਜ ਨੂੰ ਨੁਕਸਾਨ ਹੋਇਆ ਹੈ, ਭਾਰਤੀ ਲੋਕਾਂ ਨੂੰ ਨੁਕਸਾਨ ਹੋਇਆ, ਸਾਡੇ ਇੱਜ਼ਤ ਮਾਣ ਨੂੰ ਨੁਕਸਾਨ ਹੋਇਆ। ਸਾਨੂੰ ਇਹ ਨਹੀਂ ਪਤਾ ਕਿ ਸਾਡੇ ਪ੍ਰਧਾਨ ਮੰਤਰੀ ਜੀ ਉੱਥੇ ਕਿਹੜੀ ਪਾਲਿਸੀ ਲੈ ਕੇ ਚੱਲ ਰਹੇ ਨੇ ਵਿਦੇਸ਼ ਨੀਤੀ ਦੇ ਵਿੱਚ। ਜਿਵੇਂ ਮੇਰੇ ਭਰਾ ਨੇ ਕਿਹਾ, ਆਮ ਆਦਮੀ ਪਾਰਟੀ ਵਾਲੇ ਨੇ, ਅੱਜ ਹਿੰਦੁਸਤਾਨ ਐਡਾ ਵੱਡਾ ਮੁਲਕ ਹੋਣ ਦੇ ਬਾਵਜੂਦ ਅੱਜ ਨੇਪਾਲ ਵਾਲਾ ਮੁਲਕ ਜਿਹਦਾ ਸਾਰਾ ਖਾਣਾ ਦਾਣਾ ਸਾਡੇ ਦੇਸ਼ ਤੋਂ ਹੋ ਕੇ ਜਾਂਦਾ ਤੇ ਜਿਹਦੀ ਹਮੇਸ਼ਾ ਅਸੀਂ ਮਦਦ ਕੀਤੀ, ਹਮੇਸ਼ਾ ਨੇਪਾਲ ਦੀ ਹਮੇਸ਼ਾ ਮਦਦ ਕੀਤੀ ਹੈ, ਉਹ ਵੀ ਸਾਨੂੰ ਅੱਖਾਂ ਦਿਖਾ ਰਿਹਾ। ਉਹਨਾਂ ਨੇ ਮਤਾ ਪਾਤਾ ਤੁਹਾਡੇ ਉੱਥੇ, ਉਹ ਆਪਣਾ ਏਰੀਆ ਮੰਗ ਰਹੇ ਹੈ, ਮਤਾ ਪਾਤਾ ਤੇ ਨਵਾਂ ਨਕਸ਼ਾ ਬਣਾਤਾ। ਤੁਸੀਂ ਕਿਹੜੇ ਗੱਲਾਂ ਕਰ, ਲੰਕਾ ਤੁਹਾਡੇ ਨਾਲ ਨਹੀਂ ਹੈ, ਬੰਗਲਾਦੇਸ਼ ਤੁਹਾਡੇ ਨਾਲ ਨਹੀਂ ਹੈ, ਭੂਟਾਨ ਤੁਹਾਡੇ ਨਾਲ ਨਹੀਂ ਹੈ, ਪਾਕਿਸਤਾਨ ਦਾ ਗੱਲ ਛੱਡੋ, ਪਾਕਿਸਤਾਨ ਹਮੇਸ਼ਾ ਸਾਡੇ ਖਿਲਾਫ ਰਿਹਾ ਹੈ। ਸੋ ਇਸ ਕਰਕੇ ਜਿਹੜਾ ਸਾਡੇ ਇਹਨਾਂ ਮੁਲਕਾਂ ਦੇ ਨਾਲ ਲੱਗ ਕੇ ਸਾਡੀ ਕਿਸੇ ਨਾਲ ਨਹੀਂ ਬਣੀ। ਇਹਦਾ ਮਤਲਬ ਕੀ ਹੈਗਾ
ਕਿ ਤੁਹਾਡੀ ਵਿਦੇਸ਼ ਨੀਤੀ ਫੇਲ ਹੋਈ ਹੈ। ਪ੍ਰਧਾਨ ਮੰਤਰੀ ਜੀ, ਤੁਹਾਡੀ ਵਿਦੇਸ਼ ਨੀਤੀ ਫੇਲ ਹੋਈ ਹੈ। ਜੀ ਕਦੇ ਵੀ ਗੁਆਂਢੀ ਜੀ, ਤੁਹਾਡੀ ਦੇਸ਼ਾਂ ਗੱਲ- ਨਾਲ ਵਿਗਾੜ ਕੇ ਤੁਸੀਂ ਨਹੀਂ। ਜੀ ਸਾਹਿਬ ਬਿਲਕੁਲ। ਜਦੋਂ ਤੁਸੀਂ ਸਾਨੂੰ ਜਦੋਂ ਮਰਜ਼ੀ ਖਤਰਾ- ਡਿਬੇਟ ਨਾ ਨੇਪਾਲ ਬੰਗਲਾਦੇਸ਼ ਤੇ ਜਦੋਂ ਮਰਜ਼ੀ ਆਪਾਂ ਗੱਲ ਕਰ ਲਾਂਗੇ, ਪਰ ਤੁਸੀਂ ਮੈਨੂੰ ਇਹ ਦੱਸ ਦਿਓ ਵੀ MOU ਕਮਿਊਨਿਸਟ ਪਾਰਟੀ ਆਫ ਚਾਈਨਾ ਔਰ ਇੰਡੀਅਨ ਕਾਂਗਰਸ ਪਾਰਟੀ ਦਾ ਇੱਕ ਸਾਈਨ ਹੋਇਆ ਜਾਂ ਨਹੀਂ ਹੋਇਆ? ਤੁਸੀਂ- ਨੰਬਰ 2 8 ਡੋਕਲਾਮ ਦੇ ਵਿੱਚ ਜਦੋਂ ਡੋਕਲਾਮ ਦੇ ਵਿੱਚ ਸੁਣੋ। ਫੌਜਾਂ ਖੜੀਆਂ ਸੀ, ਗੱਲ ਇਹ ਸੁਣੋ। ਰਾਹੁਲ ਗਾਂਧੀ ਜੀ ਜਦੋਂ ਲੰਚ ਕਰਨ ਗਏ ਸੀ ਤੁਹਾਨੂੰ ਪੂਰੀ ਨਹੀਂ ਪਰਿਵਾਰ ਨਾਲ। ਆਇਆ, ਜਦੋਂ ਤੁਹਾਨੂੰ ਔਰ ਤੀਸਰਾ ਅਦਿੱਤ ਰੰਜਨ ਇਹ ਤੁਹਾਡੀਆਂ ਅੱਜ ਜਿਹੜੀਆਂ ਦਾ ਜਵਾਬ ਲੋਕੀ ਮੰਗ ਰਹੇ ਨੇ, ਇਹ- ਤੁਹਾਨੂੰ ਇਹ ਜਵਾਬ tweet- ਨਹੀਂ ਆ ਰਿਹਾ। ਇਹ 2008 delete ਕੀਤਾ ਜਾਂ ਨਹੀਂ ਕੀਤਾ? ਦੇ ਲੈ ਆਓ। ਅਗਰ ਕੋਈ ਗਲਤ ਗੱਲ ਹੋਈ ਹੈ, ਕੋਈ ਗਲਤ ਡਾਕੂਮੈਂਟ ਹੋਇਆ ਹੈ, ਤੁਸੀਂ ਹੁਣ ਤੱਕ ਪਰਚਾ ਕਿਉਂ ਨਹੀਂ ਕਟਾਇਆ ਰਾਹੁਲ ਗਾਂਧੀ ਦੇ ਖਿਲਾਫ? ਤੁਸੀਂ ਨਹੀਂ ਉਸ ਟਾਈਮ ਸਰਦਾਰ ਮਨਮੋਹਨ ਸਿੰਘ ਰਾਜ ਸੀ, ਮਨਮੋਹਨ ਸਿੰਘ ਉੱਤੇ ਨਹੀਂ ਸੀ ਹਾਜ਼ਰ। ਸਰਦਾਰ ਮਨਮੋਹਨ ਸਿੰਘ ਦਾ ਰਾਜ ਸੀ, ਮਾਈਨੋਰਟੀ ਗਵਰਨਮੈਂਟ ਸੀ, ਉਹਦਾ ਔਰ ਨੋ ਕੌਨਫੀਡੈਂਸ ਮੋਸ਼ਨ ਆਇਆ ਹੋਇਆ ਸੀ, ਕਮਿਊਨਿਸਟ ਪਾਰਟੀ ਨੇ ਲੈ ਕੇ ਆਇਆ ਸੀ, ਤਾਂ ਕਰਕੇ ਸਮਝੌਤਾ ਕੀਤਾ। ਲੇਕਿਨ ਇਹ ਗੱਲਾਂ ਨਹੀਂ ਚੱਲ ਔਰ ਇਹ ਰਿਕਾਰਡ ਦੀ ਗੱਲ ਹੈ, ਚਲੋ ਇਹ ਰਿਕਾਰਡ ਦੀ ਗੱਲ ਹੈ, ਤੁਸੀਂ ਜਦੋਂ ਮਰਜ਼ੀ ਫਰੋਲ ਲਓ। ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ। ਭਾਰਤੀ ਜੀ, ਮੈਂ ਤੁਹਾਡੇ ਕੋਲ ਦੁਬਾਰਾ ਆਉਣਾ ਹੈ, ਆਪਾਂ ਆਪਣੀ ਟਰਨ ਤੇ ਗੱਲ ਕਰ ਲਈਏ। ਸਵੈਸ ਸਾਹਿਬ ਹੁਣ ਤੁਸੀਂ ਆਪਣੀ ਗੱਲ ਕਹਿਤੀ, ਖਿਲਾਫ ਲੜਦੇ ਰਹਾਂਗੇ, ਲੜਦੇ ਰਹੇ ਹਮੇਸ਼ਾ। ਜੀ ਤੁਸੀਂ ਕਰਨਲ ਸਾਹਿਬ ਤੁਹਾਡੇ ਨਾਲ ਵੀ ਇੱਕ ਗੱਲ ਕਰਨੀ ਹੈ। ਉਹ ਇਹ ਹੈ ਕਿ ਬਹੁਤ ਸਾਰੇ ਮੰਨ ਲੈਂਦੇ ਆ, ਮੈਂ ਬਿਲਕੁਲ ਨਿਰਪੱਖ ਹੋ ਕੇ ਗੱਲ ਕਹਿ ਰਿਹਾ ਕਿ ਮੰਨ ਲੈਂਦੇ ਆ ਕਿ ਤੁਸੀਂ ਸਾਰੇ ਠੀਕ ਕਹਿ ਰਹੇ ਹੋ, ਆਪਣੇ ਆਪਣੇ ਪੱਖ ਤੋਂ ਤਾਂ ਹਰ ਇੱਕ ਪਾਰਟੀ ਠੀਕ ਕਹਿ ਰਹੀ ਹੈ, ਲੇਕਿਨ ਬਹੁਤ ਸਾਰੇ ਜਿਹੜੇ ਵੱਡੇ ਫੌਜੀ ਜਰਨੈਲ ਨੇ ਉਹਨਾਂ ਦੇ ਜਦੋਂ ਮੈਂ ਟਿੱਪਣੀਆਂ ਪੜ੍ਹਦਾ, ਇਕਨੋਮਿਕ ਟਾਈਮ 'ਚ ਮੈਂ ਦੇਖਦਾ, ਜਦੋਂ ਬਿਲਕੁਲ ਪ੍ਰੂਫ ਦਿੰਦੇ ਨੇ। ਇੱਕ ਲੈਫਟੀਨੈਂਟ ਜਨਰਲ ਨੇ ਲਿਖਿਆ ਕਿ ਚੰਗਾ ਹੋਇਆ ਮੈਂ ਰਿਟਾਇਰ ਹੋ ਗਿਆ ਔਰ ਮੇਰਾ ਬੱਚਾ ਫੌਜ 'ਚ ਨਹੀਂ ਗਿਆ। ਜਿਹੜੀ ਜਦੋਂ ਇਸ ਤਰ੍ਹਾਂ ਦੀ ਗੱਲ ਹੈ, ਇੱਕ ਲਿਖਦਾ ਹੈ ਕਿ ਸਾਡੇ ਫੌਜੀਆਂ ਦੀ ਸ਼ਹਾਦਤ ਦੀ ਬਹੁਤ ਘਟਾ ਦਿੱਤੀ ਹੈ ਇਹ ਗੱਲ ਨੇ। ਤਾਂ ਬਹੁਤ ਸਾਰੀਆਂ ਗੱਲਾਂ ਐਸੀਆਂ ਆਉਂਦੀਆਂ ਨੇ ਜਿਹੜੀਆਂ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਨੇ, ਜਾਂ ਸਾਨੂੰ ਇਸ ਤਰ੍ਹਾਂ ਦੀ ਚਰਚਾ ਕਰਨ ਲਈ ਮਜਬੂਰ ਕਰਦੀਆਂ ਨੇ, ਸਾਨੂੰ ਡਿਬੇਟ ਕਰਨ ਲਈ ਮਜਬੂਰ ਕਰਦੀਆਂ ਨੇ। ਬਿਲਕੁਲ ਕਿਸੇ ਪੈਨਲਿਸਟ ਨੇ ਇਹ ਗੱਲ ਠੀਕ ਕੀਤੀ ਸੀ, ਭਾਰਤੀ ਜੀ, ਲੋਕਤੰਤਰ ਦੇ ਵਿੱਚ ਜਿਹੜਾ ਇੱਕ ਵੋਟਰ ਦਾ, ਇੱਕ ਨਾਗਰਿਕ ਦਾ ਹੱਕ ਹੁੰਦਾ ਹੈ ਕਿ ਉਹ ਜਾਣੇ ਹੋ ਕੀ ਰਿਹਾ। ਹਾਂ, ਵੱਖਰੀ ਗੱਲ ਹੈ ਕਿ ਉਹ ਜਿਹੜੀ ਇਨਫੋਰਮੇਸ਼ਨ ਦੇਸ਼ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਸਿਕਿਉਰਿਟੀ ਨੂੰ, ਉਹਨੂੰ ਰੋਕਿਆ ਜਾ ਸਕਦਾ ਹੈ। ਬਾਕੀ ਗੱਲ ਤਾਂ ਦੱਸੀ ਜਾ ਸਕਦੀ ਹੈ। ਔਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਜੇ ਰੋਕ ਵੀ ਲਈ ਤਾਂ ਜਵਾਨ ਜਿਹੜੇ ਉੱਥੇ ਤਾਇਨਾਤ ਨੇ, ਆ ਕਰਨਲ ਸਾਹਿਬ ਨੇ ਦੱਸਿਆ, ਹਜ਼ਾਰਾਂ ਦੀ ਗਿਣਤੀ 'ਚ ਨੇ, ਉਹਨਾਂ ਦੇ ਰਿਸ਼ਤੇਦਾਰ ਨੇ, ਉਹ ਫੋਨ ਕਰਦੇ ਨੇ, ਉਹ ਫਿਰ ਫੋਨ ਤੇ ਦੱਸਦੇ ਨੇ, ਉਸ ਤੋਂ ਬਾਅਦ ਉਹ ਗੱਲ ਲੋਕਾਂ 'ਚ ਆ ਜਾਂਦੀ ਹੈ। ਇਹ ਤਾਂ ਹੈ ਨਹੀਂ ਗੱਲ ਲੁਕੀ ਛਿਪੀ ਰਹਿੰਦੀ ਹੈ, ਇਹ ਸਾਰੀਆਂ ਗੱਲਾਂ ਨੇ। ਮੁੰਡੀ ਸਾਹਿਬ, ਮੈਂ ਭਾਰਤੀ ਸਾਹਿਬ ਤੋਂ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਫਿਰ ਗੱਲ ਕਰਦਾ। ਜੇ ਤੁਸੀਂ ਕੋਈ ਗੱਲ ਕਰਨੀ ਹੈ ਤਾਂ ਤੁਸੀਂ ਕਹਿ ਸਕਦੇ ਹੋ, ਫਿਰ ਮੈਂ ਭਾਰਤੀ ਜੀ ਉਹਨਾਂ ਕੋਲ ਜਾਣਾ। ਸ਼ਾਇਦ ਮੁੰਡੀ ਸਾਹਿਬ ਨਾਲ ਸਾਡਾ ਰਾਬਤਾ ਨਹੀਂ। ਕਰਨਲ ਸਾਹਿਬ ਤੁਹਾਡੇ ਕੋਲ ਹੋਣਾ, ਤੁਹਾਨੂੰ ਕਾਫੀ ਟਾਈਮ ਮਿਲਣਾ ਇਸ ਡਿਬੇਟ ਦੇ ਵਿੱਚ। ਹਾਂਜੀ ਭਾਰਤੀ ਜੀ, ਉਸ ਤੋਂ ਬਾਅਦ ਕਰਨਲ ਸਾਹਿਬ ਕੋਲ ਜਾਵਾਂਗੇ। ਵਾਲੀ ਗੱਲ ਇਹ ਹੈ ਕਿ ਜਦੋਂ ਸਾਡਾ ਇੱਕ ਪ੍ਰਾਈਮ ਮਿਨਿਸਟਰ ਔਰ ਸਾਡਾ ਡਿਫੈਂਸ ਮਿਨਿਸਟਰ, ਹੋਮ ਮਿਨਿਸਟਰ, ਮਿਲਟਰੀ ਦੇ ਸਾਡੇ ਜਨਰਲ ਕਰਨਲ ਜੋ ਵੀ ਕਹਿ ਰਹੇ ਆ ਕਿ ਸਾਡੀ ਜ਼ਮੀਨ ਤੇ ਕਬਜ਼ਾ ਨਹੀਂ ਹੋਇਆ, ਔਰ ਸੱਚਾਈ ਦੇ ਰਿਹਾ, ਔਰ ਸੈਟਲਾਈਟ ਤੇ ਵੀ ਦਿਖਾਇਆ ਜਾ ਰਿਹਾ। ਔਰ ਜਿਹੜੀ ਮੈਂ ਇਹਨਾਂ ਨੂੰ ਗੱਲ ਕਹੀ ਸੀ ਕਿ ਦੇਸ਼ ਇਸ ਟਾਈਮ ਮੁਸੀਬਤ 'ਚ ਹੈ, ਮੁਸੀਬਤ ਦਾ ਮਤਲਬ ਹੈ ਕਿ ਦੋਨੋਂ ਪਾਸੇ ਫੌਜਾਂ ਆਮਣੇ ਸਾਹਮਣੇ ਖੜੀਆਂ, ਇਹ ਦੇਸ਼ ਇੱਕ ਬੜੇ ਇਸ ਮੋੜ ਦੇ ਉੱਤੇ ਖੜਾ ਹੈ। ਸਾਨੂੰ ਦੇਸ਼ ਦੇ ਨਾਲ ਖੜਨਾ ਚਾਹੀਦਾ ਹੈ। ਰਾਹੁਲ ਗਾਂਧੀ ਜੀ ਨੂੰ ਜਾਂ ਦੂਸਰੇ ਵੀ ਇਹਨਾਂ ਦੇ ਜਿਹੜੇ ਕਾਂਗਰਸ ਦੇ ਲੀਡਰ ਹੈ ਉਹਨਾਂ ਨੂੰ ਮੈਂ ਦੇਖਿਆ। ਤੁਹਾਨੂੰ ਟੋਕ ਰਿਹਾ ਭਾਰਤੀ ਜੀ, ਤੁਹਾਨੂੰ ਇਸ ਕਰਕੇ ਟੋਕ ਰਿਹਾ, ਦੇਸ਼ ਤਾਂ ਖੜਾ ਹੈ, ਦੇਸ਼ ਇੱਕ ਹੈ, ਚਾਹੇ ਕਾਂਗਰਸ ਹੈ, ਅਕਾਲੀ, ਕਮਿਊਨਿਸਟ ਹੈ, ਦੇਸ਼ ਦੇ ਵਿੱਚ ਕੋਈ ਹੋ ਨਹੀਂ। ਮੈਂ ਜਿਹੜੀ ਗੱਲ ਤੁਸੀਂ ਵਾਜਪਾਈ ਸਾਹਿਬ ਦੀ ਅਸੀਂ ਤਾਂ ਸੁਣੀ ਹੈ, ਸ਼ਾਇਦ ਤੁਸੀਂ ਉਦੋਂ ਨਹੀਂ, ਤੁਸੀਂ ਸਭ ਤੋਂ ਛੋਟੇ ਲੱਗਦੇ ਹੋ ਕਿ ਉਦੋਂ ਇੰਦਰਾ ਜਿਹੜਾ ਇੰਡੀਆ ਜਾਂ ਇੰਦਰਾ, ਇਹ ਗੱਲਾਂ ਮੈਂ ਸੁਣੀਆਂ ਨੇ। ਪਰ ਇਹ ਗੱਲ ਅੱਜ ਵੀ ਹੈ, ਕਿਸੇ ਨੇ, ਮੇਰਾ ਖਿਆਲ ਸਵੈਸ ਸਾਹਿਬ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਹੈ ਕਿ ਕਾਂਗਰਸ ਦੇਸ਼ ਨਾਲ ਹੈ, ਮੋਦੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ। ਇਹਨੂੰ ਤਾਂ ਬਾਰ-ਬਾਰ ਨਾ ਆਪਾਂ ਗੱਲ ਕਰੀਏ। ਵਾਲੀਆ ਜੀ, ਮੈਂ ਤੁਹਾਨੂੰ ਇੱਕ ਮਿੰਟ, ਹਾਂ ਵਾਲੀਆ ਜੀ, ਮੈਂ ਤੁਹਾਨੂੰ ਇੱਕ ਟਵੀਟ ਪੜ੍ਹ ਕੇ ਸੁਣਾਉਣਾ ਜਿਹੜਾ ਮੈਂ ਕਿਹਾ ਸੀ ਅਧੀਰ ਰੰਜਨ ਚੌਧਰੀ ਦਾ। ਇਸ 'ਚ ਲਿਖਿਆ, ਇਨ ਮੇ had tweeted against China for its aggression along the LAC and had issued some warning to China while praising the Indian forces.
ਇਹ ਅਧੀਰ ਰੰਜਨ ਚੌਧਰੀ ਕਾਂਗਰਸ ਦਾ MP ਹੈ। The Congress leader slamming China warned the communist nation about how Indian forces can defend the venomous snakes like China and stated that the entire world was watching the sinister design of China while calling them yellow expansionist. Chaudhary also urged the Modi government to accord the diplomatic recognition to Taiwan without much delay. ਇਹ ਅਧੀਰ ਰੰਜਨ ਚੌਧਰੀ ਦਾ ਟਵੀਟ ਸੀ ਜਿਹੜਾ ਕਾਂਗਰਸ ਨੇ ਪ੍ਰੈਸ਼ਰ ਪਾ ਕੇ ਡਿਲੀਟ ਕਰਾਇਆ। ਹੁਣ ਇਸ ਤੋਂ ਬਾਅਦ ਆਨੰਦ ਸ਼ਰਮਾ ਨੇ ਟਵੀਟ ਕੀਤਾ, ਮੈਂ ਪੜ੍ਹ ਕੇ ਸੁਣਾਣਾ। The Indian National Congress recognizes and values the special strategic partnership between India and China. As two ancient civilizations and large economies of the world, both countries are designed to make a significant contribution in the 21st century. ਬਾਅਦ ਚ ਆਨੰਦ ਸ਼ਰਮਾ ਨੇ ਟਵੀਟ ਕੀਤਾ। ਪਹਿਲਾਂ ਅਧੀਰ ਰੰਜਨ ਚੌਧਰੀ ਦੇ ਟਵੀਟ ਦੇ ਵਿੱਚ ਫਾਲਟ ਕੀ ਸੀ? ਮੈਂ ਤਾਂ ਇਹ ਕਹਿ ਰਿਹਾ ਕਿ ਚਾਈਨਾ ਦੀ ਭਾਸ਼ਾ ਬੋਲਦੇ ਆ। ਜੀ ਤੁਹਾਡੀ ਗੱਲ ਆ ਗਈ। ਸਵੈ ਸਾਹਿਬ 1 ਮਿੰਟ ਚ ਜੇ ਕੋਈ ਜਵਾਬ ਦੇਣਾ ਚਾਹੁੰਦੇ ਹੋ, ਨਹੀਂ ਫਿਰ ਕਰਨਲ ਸਾਹਿਬ ਆਪਣੀ ਗੱਲ ਕਰਨਗੇ। ਸਵੈ ਸਾਹਿਬ ਜੇ ਤੁਸੀਂ ਇਹਨਾਂ ਦਾ ਜਵਾਬ ਦੇਣਾ ਚਾਹੁੰਦੇ। ਭਾਰਤੀ ਜਨਤਾ ਪਾਰਟੀ ਤੇ ਇਹਨਾਂ ਦੇ ਪ੍ਰਧਾਨ ਮੰਤਰੀ ਜਿਹੜੇ ਮੋਦੀ ਜੀ ਹੈਗੇ, ਚਲੋ ਦੇਸ਼ ਦੇ ਪ੍ਰਧਾਨ ਮੰਤਰੀ ਅਸੀਂ ਮੰਨਦੇ ਹਾਂ, ਪ੍ਰਧਾਨ ਮੰਤਰੀ ਲੋਕਾਂ ਨੇ ਚੁਣਿਆ ਹੈ। ਇਹਨਾਂ ਨੇ ਆਪਦੀਆਂ ਗਲਤੀਆਂ ਛੁਪਾਉਣ ਵਾਸਤੇ ਵੱਡੀ ਗੱਲ ਨੂੰ, ਜਿਹੜੀ ਗਲਤੀ ਕਹਿੰਦੇ ਬਲੰਡਰ ਕੀਤਾ ਹੈ, ਗੁਨਾਹ ਕੀਤਾ, ਉਹਨੂੰ ਛੁਪਾਉਣ ਵਾਸਤੇ ਇਹ ਬਾਕੀਆਂ ਲੋਕਾਂ ਦੇ ਜਿਹੜੇ ਬਿਆਨ ਪੇਸ਼ ਕਰਦੇ ਨੇ। ਇਹ ਤਾਂ ਤੁਸੀਂ ਦੱਸੋ, 1400 ਕਰੋੜ ਰੁਪਏ ਦਾ ਕੰਟਰੈਕਟ, ਤੁਸੀਂ 1400 ਕਰੋੜ ਰੁਪਏ ਦਾ ਕੰਟਰੈਕਟ ਜਿਹੜਾ ਆ 2 ਦਿਨ ਪਹਿਲਾਂ ਦਿੱਤਾ ਚਾਈਨਾ ਦੀ ਕੰਪਨੀ ਨੂੰ, ਉਹਦਾ ਕੋਈ ਜਵਾਬ ਹੈ ਤੁਹਾਡੇ ਕੋਲ? ਭਾਰਤੀ ਜਨਤਾ ਪਾਰਟੀ ਹੈ ਕੋਈ ਜਵਾਬ ਤੁਹਾਡੇ ਕੋਲ? ਨਹੀਂ ਫਿਰ ਸਵੈ ਸਾਹਿਬ ਜਿਹੜਾ ਸਰਦਾਰ ਵੱਲਭ ਭਾਈ ਪਟੇਲ ਦਾ ਬੁੱਤ ਹੈ ਉਹ ਵੀ ਚਾਈਨਾ ਦਾ ਬਣਿਆ ਹੋਇਆ। ਚਾਈਨਾ ਚ ਬਣ ਕੇ ਆਇਆ 3000 ਕਰੋੜ ਦਾ। ਇਹ ਗੱਲਾਂ ਨਾ ਕਰੋ, ਇਹ ਗੱਲਾਂ ਨਾ ਕਰੋ, ਗੱਲ ਕਰੋ ਮੁੱਦੇ ਦੀ, ਗੱਲ ਕਰੋ ਜੋ ਹੁਣ ਬਾਰਡਰ ਤੇ ਫਸਾਦ ਹੋਇਆ ਉਹਦੀ ਸੱਚਾਈ ਲੋਕਾਂ ਨੂੰ ਦੱਸੋ। ਪੂਰਾ ਦੇਸ਼ ਜੀ ਚਲੋ ਸਵੈ ਸਾਹਿਬ ਇਹ ਲੇਟੈਸਟ ਗੱਲ ਹੈ, ਮੋਦੀ ਜੀ ਨੇ ਕੋਈ ਲੇਟੈਸਟ ਨਾਲ ਲੈਣ, ਇਹ ਲੇਟੈਸਟ ਦੇਸ਼ ਮੋਦੀ ਨਾਲ ਹੈ। ਲੇਕਿਨ ਲੱਗਦਾ ਇਹ ਹੈ ਕਿ ਮੋਦੀ ਜੀ ਦੇਸ਼ ਨਾਲ ਨਹੀਂ। ਬਹੁਤ ਅਫਸੋਸਨਾਕ ਗੱਲ ਹੈ ਜੀ। ਕਰਨਲ ਸਾਹਿਬ ਬੜੇ ਐਗਰੀਮੈਂਟ ਕਾਂਗਰਸ ਪਾਰਟੀ ਨੇ ਜਦੋਂ ਕਾਂਗਰਸ ਦੀ ਸਰਕਾਰ ਸੀ ਚਾਈਨਾ ਨਾਲ ਕੀਤੇ। WTO ਦਾ ਐਗਰੀਮੈਂਟ ਹੈਗਾ। ਇਹ ਝਗੜੇ ਨਾਲ ਜੇ ਐਗਰੀਮੈਂਟ ਤੁਹਾਡੇ ਸੱਚੇ ਮੰਨ ਵੀ ਲਈਏ, ਤੁਸੀਂ ਗੱਲ ਲੈ ਕੇ ਆ ਰਹੇ ਹੋ, ਇਹ ਝਗੜੇ ਨਾਲ ਜੋ ਅੱਜ ਦੀ ਤਰੀਕ ਜੀ ਮੰਨ ਲਈ ਤੁਹਾਡੀ ਗੱਲ। ਔਰ ਮੈਂ ਕਹਿੰਦਾ ਜਿਸ ਟਾਈਮ ਡੋਕਲਾਮ ਦੇ ਵਿੱਚ ਸੀ, ਮੈਂ ਸੈਕੰਡ ਕਹਿ ਰਿਹਾ, ਜਿਸ ਟਾਈਮ ਡੋਕਲਾਮ ਸੀ ਰਾਹੁਲ ਗਾਂਧੀ ਨੂੰ ਜਾਣ ਦੀ ਕਿਹੜੀ ਲੋੜ ਸੀ ਉਹਨਾਂ ਕੋਲੇ ਇੰਡੀਅਨ ਐਮਬੈਸਡਰ ਕੋਲ? ਫਿਰ ਮੁੱਕਰਨ ਦੀ ਕਿਹੜੀ ਲੋੜ ਸੀ? ਉੱਥੇ ਜਾ ਕੇ ਮੁੱਕਰਨ ਦੀ, ਉੱਥੇ ਲੰਚ ਕਰਨ ਦੀ ਕਿਹੜੀ ਲੋੜ ਸੀ? ਪੂਰੀ ਫੈਮਿਲੀ ਨਾਲ ਜਾ ਕੇ ਉੱਥੇ ਲੰਚ ਕਰਕੇ ਆਏ, ਵਾਡਰਾ ਫੈਮਿਲੀ ਨਾਲ। ਹਜੇ ਵੀ ਸਮਝੋ, ਇਹ ਖੇਡਾਂ ਨਾ ਖੇਡੋ, ਦੇਸ਼ ਨੂੰ ਬਚਾ ਲਓ। ਦੇਸ਼ ਦੇ ਖਿਲਾਫ ਚਾਈਨਾ ਦੀ ਭਾਸ਼ਾ ਕਾਂਗਰਸ ਪਾਰਟੀ ਬੋਲ ਰਹੀ ਹੈ। ਕਾਂਗਰਸ ਪਾਰਟੀ ਚਾਈਨਾ ਦੀ ਭਾਸ਼ਾ ਬੋਲ ਰਹੀ ਹੈ। ਭਾਰਤੀ ਸਿਟੀ ਕੰਪੋਜ਼ कर्नल कंबोज साहब। वालिया साहब, बात निकलेगी तो दूर तक जाएगी जी। अभी ਜਿਹੜੇ ਹੈਗੇ ਨੇ ਆਪਣਾ ਛੋਟਾ ਵੀਰ ਇਹ ਨਾ ਵੀ ਉਹ ਸਮਝੌਤਾ ਉਹਦੇ ਨਾਲ ਕਰ ਲਿਆ ਜੀ, ਉਹ ਇੰਨੀ ਵਾਰੀ ਉੱਥੇ ਚਾਈਨਾ ਗਏ ਵਗੈਰਾ ਵਗੈਰਾ। ਤੁਸੀਂ ਇਹਨਾਂ ਨੂੰ, ਤੁਹਾਨੂੰ ਸ਼ਾਇਦ ਯਾਦ ਹੋਵੇ ਜਾਂ ਨਾ, ਮੈਂ ਛੋਟਾ ਜਿਹਾ ਸੀਗਾ ਔਰ ਉਦੋਂ ਚੌਵਨ ਲਾਈ ਦੇ ਨਾਲ ਜਦੋਂ ਸਮਝੌਤਾ ਹੋਇਆ ਹਿੰਦੀ ਚੀਨੀ ਭਾਈ ਭਾਈ ਪਟਿਆਲੇ ਦੇ ਵਿੱਚ ਕਿਲਾ ਮੁਬਾਰਕ ਦੇ ਵਿੱਚ ਅੰਬੈਸਡਰ ਉਹਨਾਂ ਦਾ ਆਇਆ ਔਰ ਸਾਰਾ ਜਿਹੜਾ ਹੈ ਸ਼ਹਿਰ ਇਕੱਠਾ ਹੋ ਕੇ ਉੱਥੇ ਹਾਰ ਪਾਏ ਤੇ ਨਾਰੇ ਲੱਗੇ। ਲੇਕਿਨ ਉਸ ਤੋਂ ਥੋੜੀ ਦੇਰ ਬਾਅਦ ਹੀ 62 ਹੋ ਗਿਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ। ਸੋ ਤੁਸੀਂ ਵਕਤ ਦੇ ਨਾਲ ਹਰੇਕ ਚੀਜ਼ ਚੇਂਜ ਹੁੰਦੀ ਰਹਿੰਦੀ ਹੈ। ਇਹਦਾ ਮਤਲਬ ਇਹ ਹੈਗਾ ਕਿ ਜਿਵੇਂ ਬਾਹਰ ਦੇ ਵਿੱਚ ਚੀਨੀਆਂ ਨੇ ਧੋਖਾ ਕੀਤਾ ਹੈ, ਤੁਸੀਂ ਵੀ ਹੁਣ ਮੋਦੀ ਜੀ ਧੋਖੇ 'ਚ ਆ ਗਏ। ਮੰਨ ਲਓ ਗੱਲ ਨੂੰ ਕਿ ਮੋਦੀ ਜੀ ਧੋਖੇ 'ਚ ਆ ਗਏ, ਕਹਿੰਦੇ ਧੋਖੇ 'ਚ ਆ ਗਏ। ਕਰਨ ਸਾਹਿਬ ਮੰਨ ਲਓ ਕਿ ਮੋਦੀ ਜੀ ਨੇ ਝੂਠਾ ਚਲਾਇਆ, 18 ਵਾਰ ਮਿਲੇ, 5 ਵਾਰ ਚਾਈਨਾ ਗਏ, ਫਿਰ ਧੋਖਾ ਖਾ ਲਿਆ ਉਹਨਾਂ ਨੇ, ਧੋਖੇ 'ਚ ਆ ਗਏ। ਇਹੀ ਗੱਲ ਤੁਸੀਂ ਕਹਿ ਰਹੇ ਹੋ ਨਾ ਕਿ ਮੋਦੀ ਧੋਖੇ 'ਚ ਆ ਗਏ? ਜੀ ਕਰਨਲ ਸਾਹਿਬ, ਜੀ ਕਰਨਲ ਸਾਹਿਬ। ਸ਼ਾਇਦ ਸਾਹਿਬ, ਛੋਟੇ ਵੀਰ ਤੁਸੀਂ ਭਾਰਤੀ ਜੀ ਨੂੰ ਬਹੁਤ ਕਹਿ ਰਹੇ ਸੀਗੇ ਕਿ ਵਿੱਚ ਨਾ ਬੋਲੋ, ਵਿੱਚ ਨਾ ਬੋਲੋ। ਹੁਣ ਤੁਹਾਨੂੰ ਕੀ ਹੋਇਆ? ਤੁਸੀਂ ਕਿਉਂ ਰੌਲਾ ਪਾ ਰਹੇ ਹੋ? ਮੇਰੀ ਗੱਲ ਜਿਹੜੀ ਹੈ ਉਹਨੂੰ ਸੁਣੋ। ਮੈਂ ਨਹੀਂ ਵਿੱਚ ਬੋਲਣਾ ਤੇ ਨਾ ਮੈਨੂੰ ਆਦਤ ਹੈ ਤੇ ਨਾ ਮੈਨੂੰ ਚੰਗਾ ਲੱਗਦਾ ਕਿ ਕੋਈ ਵਿੱਚ ਬੋਲੇ। ਦੂਸਰੀ ਗੱਲ ਜਿਹੜੀ ਹੈ ਟੋਕਾ ਨੂੰ, ਤੇ ਫਿਰ ਜੇ ਬਾਕੀ ਬੋਲਦੇ ਫਿਰ ਤੁਹਾਨੂੰ ਕਿਉਂ ਪ੍ਰੋਬਲਮ ਹੁੰਦੀ ਹੈ?
ਗਲਤ ਬੋਲੋਗੇ ਤਾਂ ਟੋਕਾਂਗੇ ਜੀ। ਤੁਸੀਂ ਮੈਂ ਇਸ ਬੋਲਿਆ ਗੱਲ ਨੂੰ ਜੀ? ਕਿ ਧੋਖੇ 'ਚ ਆ ਗਏ, ਮੋਦੀ ਜੀ ਨੇ ਧੋਖਾ ਖਾ ਲਿਆ। ਤੇ ਉਹ ਤਾਂ ਆਪਣਾ ਦਿਨ ਬੈਸਟ ਫਰੈਂਡ ਕਹਿ ਰਹੇ ਸੀਗੇ, ਜੱਫੀਆਂ ਪਾਉਂਦੇ ਸੀਗੇ, ਝੂਲੇ ਚਲਾਉਂਦੇ ਸੀਗੇ ਕਿ ਉਦੋਂ ਅਸੀਂ ਧੋਖਾ ਖਾ ਲਿਆ ਜੀ ਚਾਈਨਾ ਵਾਲੇ ਨੇ। ਤੁਹਾਨੂੰ ਨਹੀਂ ਪਤਾ ਲੱਗਿਆ? ਤੁਹਾਡੀ ਇੰਟੈਲੀਜੈਂਸ ਕਿੱਥੇ ਸੀਗੀ ਕਿ ਚਾਈਨੀਆਂ ਕੋਲ ਜਿਹੜੇ ਉਹ ਛੋਟੇ ਲੈ ਕੇ ਆਏ ਸੀਗੇ, ਵਿੱਚ ਮੇਖਾਂ ਸੀ ਲੋਹੇ ਦੀਆਂ, ਕਿੱਥੇ ਗਈ ਤੁਹਾਡੀ ਇੰਟੈਲੀਜੈਂਸ? ਜਿਹੜੇ ਤੁਸੀਂ ਕਹਿੰਦੇ ਹੋ, ਆ ਭਾਰਤੀ, ਸੁਣ ਲਓ ਗੱਲ ਮੇਰੀ ਹੁਣ, ਕਿ ਤੁਸੀਂ ਆਪਣੇ ਜਿਹੜੇ 20 ਫੌਜੀਆਂ ਜਾਨਾਂ ਗਈਆਂ, ਕਿਉਂ ਗਈਆਂ? ਤੁਹਾਡੀ ਇੰਟੈਲੀਜੈਂਸ ਫੇਲੀਅਰ। ਜਦੋਂ ਤੁਸੀਂ ਉੱਥੇ, ਉਹਨਾਂ ਕੋਲ ਤਾਂ ਇੰਨੇ ਮਾਰੂ ਹਥਿਆਰ ਨੇ, ਰੋਡਸ ਨੇ, ਆਇਰਨ ਰੋਡਸ ਨੇ, ਲੋਹੇ ਦੀਆਂ ਕਿੱਲਾਂ ਵਾਲੇ ਲੰਬੇ ਲੰਬੇ ਉਹ ਨੇ, ਹੈਨਾ। ਤੇ ਸਾਡੇ ਫੌਜੀ ਜਿਹੜੇ ਹੈਗੇ ਆ ਵਿਚਾਰੇ ਕੀ ਕਰਦੇ? ਇੱਥੇ ਸਵਾ ਲੱਖ ਸੇ ਇੱਕ ਲੜਾਊ ਹੈ, 40 ਤੋਂ ਉੱਪਰ ਮਾਰੇ। ਮੰਨੋ ਇਸ ਗੱਲ ਨੂੰ, ਮੋਦੀ ਜੀ ਨੇ ਮੰਨੋ ਕਿ ਮੋਦੀ ਜੀ ਨੇ ਗਲਤੀ ਖਾਧੀ ਹੈ ਇਹ। ਜਦੋਂ ਤੁਸੀਂ ਪਾਕਿਸਤਾਨ ਦੀ ਗੱਲ ਕਰਦੇ ਹੋ ਵਾਲੀਆ ਸਾਹਿਬ, ਤਾਂ ਬੜੇ ਪਿੰਗਾ ਮਾਰਦੇ ਹੋ, ਜਾਂ ਕਰਦੇ ਨੇ, ਮੈਂ ਚਾਹ ਮੰਨੋ ਸਵੈਸਾ ਵਿਸ਼ੇਸ਼ ਦੇਸ਼ ਨੀਤੀ ਦਾ ਫੇਲਿਅਰ ਮੰਨੋ ਹੈ। ਵਾਲੀਆ ਸਾਹਿਬ ਕਰਨਲ ਸਾਹਿਬ ਤਾਂ ਨਹੀਂ ਮੰਨਦੇ। ਮੈਂ ਕਰਨਲ ਸਾਹਿਬ ਨੂੰ ਗੱਲ ਕਰਨ ਤੋਂ ਟਾਈਮ ਆਪਣਾ ਜਾ ਰਿਹਾ ਹੁਣ, ਬੋਲਣ ਹੀ ਨਹੀਂ ਦਿੰਦੇ ਕਿਸੇ ਨੂੰ। ਨਹੀਂ ਹੁਣ ਕਰਨਲ ਸਾਹਿਬ ਧੋਖਾ ਹੋਇਆ ਕੌਣ ਮਨਾ ਕਰ ਰਿਹਾ ਕਿ ਧੋਖਾ? ਔਰ ਦੂਸਰੀ ਗੱਲ ਸਵੈਜ ਸਾਹਿਬ, ਮੇਰਾ ਗ੍ਰੇਟ ਗ੍ਰੈਂਡਫਾਦਰ ਵੀ 1895 ਦੀ ਲੜਾਈ ਦੇ ਵਿੱਚ ਉਹਨਾਂ ਦੇ ਮੈਡਲ ਮੇਰੇ ਕੋਲ ਪਏ ਨੇ। ਫਰਸਟ ਵਰਲਡ ਵਾਰ, ਸੈਕੰਡ ਵਰਲਡ ਚ ਮੇਰੇ ਦਾਦਾ ਜੀ ਦੇ ਮੈਡਲ ਪਏ ਨੇ। ਅਸੀਂ ਤਿੰਨੋਂ ਭਰਾ ਜਿਹੜੇ ਹੈਗੇ ਆ ਉਹ ਫੌਜ ਦੇ ਵਿੱਚ ਜਿਹੜਾ ਹੈ ਸਰਵ ਕੀਤਾ। ਪਲੀਜ਼ ਸਮਝਾਓ ਕਿ ਜਿਹੜੀ ਹੈ ਫੌਜ ਕਿੱਦਾਂ ਕਰਦੀ, ਫੌਜ ਦੀ ਇੰਟੈਲੀਜੈਂਸ ਕੀ ਹੁੰਦੀ ਹੈ, ਪਲੀਜ਼। ਦੂਸਰੀ ਗੱਲ ਜਿਹੜੀ ਹੈ, ਇਹਨਾਂ ਨੂੰ ਮੈਂ ਇੱਕ ਸਵਾਲ ਪੁੱਛਦਾ ਕਿ ਜਿਹੜੇ ਇਹਨਾਂ ਨੇ ਕਿਹਾ ਧੋਖਾ ਹੋਇਆ, ਮੈਂ ਤਾਂ ਬੰਦਾ ਧੋਖਾ ਹੋਇਆ, ਸਾਰੇ ਕਹਿ ਰਹੇ ਧੋਖਾ ਹੋਇਆ, ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਉਂਦੀ। ਤੇ ਜਦੋਂ 38,000 ਕਿਲੋਮੀਟਰ ਸਕੁਅਰ ਜਿਹੜਾ ਹੈ ਚਾਈਨਾ ਨੇ ਕਬਜ਼ਾ ਕਰ ਲਿਆ ਸੀ, ਉਦੋਂ ਵੀ ਧੋਖਾ ਹੋਇਆ ਤੇ ਹੁਣ ਵੀ ਧੋਖਾ ਹੋਇਆ। ਪਰ 38,000 ਕਿਲੋਮੀਟਰ ਸਕੁਅਰ ਕਬਜ਼ਾ ਕਰਨ ਤੋਂ ਬਾਅਦ 50 ਸਾਲ ਤੱਕ ਇਹ ਕਾਂਗਰਸ ਦੀ ਸਰਕਾਰ ਨੇ ਕੀ ਕੀਤਾ? ਅਗਲੀ ਗੱਲ ਜਿਹੜੀ ਭਾਰਤੀ ਸਾਹਿਬ ਬਾਰ-ਬਾਰ ਪੁੱਛ ਰਹੇ ਸੀ, MOU ਸਾਈਨ ਕੀਤਾ ਕਿ ਨਹੀਂ ਕੀਤਾ? ਸਵੈਜ ਸਾਹਿਬ ਜਵਾਬ ਨਹੀਂ ਦੇ ਰਹੇ। ਲੇਕਿਨ ਇਹ ਗੱਲ ਤਾਂ ਨੈਸ਼ਨਲ ਚੈਨਲ ਦੇ ਉੱਤੇ ਤੇ ਬਾਰ-ਬਾਰ ਪੁੱਛੇ, ਕਾਂਗਰਸ ਨੇ ਡਿਨਾਈ ਨਹੀਂ ਕੀਤਾ, ਰਾਹੁਲ ਗਾਂਧੀ ਜੀ ਨੇ ਡਿਨਾਈ ਨਹੀਂ ਕੀਤਾ। ਇਹਦਾ ਮਤਲਬ ਉਹ ਸੱਚ ਹੈਗੀ ਹੈ। ਅਗਲੀ ਗੱਲ ਜਿਹੜੀ ਹੈਗੀ ਹੈ, ਤੁਸੀਂ ਪ੍ਰੋਬਲਮ ਕੀ ਹੋਈ ਜਿਹੜੀ ਮੈਂ ਤੁਹਾਨੂੰ ਉਦੋਂ ਵੀ ਦੱਸੀ ਸੀ ਕਿ ਚਾਈਨਾ ਨੇ ਇਨਫਰਾਸਟ੍ਰਕਚਰ ਬਣਾਇਆ, ਉੱਥੇ ਸਭ ਰੋਡਸ ਵਗੈਰਾ ਬਣਾ ਲਈਆਂ। ਜਦੋਂ ਅਸੀਂ ਬਣਾਉਣ ਲੱਗੇ ਤਾਂ ਉਹਨਾਂ ਨੂੰ ਪ੍ਰੋਬਲਮ ਹੋਈ। ਤੁਸੀਂ ਇਹ ਦੱਸੋ ਕਿ ਇਹਨਾਂ ਨੇ ਇੰਨੇ ਸਾਲ ਵਿੱਚ ਇਨਫਰਾਸਟ੍ਰਕਚਰ ਡਿਵੈਲਪ ਕਿਉਂ ਨਹੀਂ ਕੀਤਾ? ਮੈਂ ਸਿੱਧਾ ਸਵਾਲ ਪੁੱਛਦਾ। ਦੂਸਰੀ ਗੱਲ, ਮੈਨੂੰ ਸਵੈਜ ਸਾਹਿਬ ਇੱਕ ਦੱਸ ਦਿਓ ਬਿਨਾਂ ਰੌਲਾ ਪਾਇਆ, 10 ਸਾਲ ਤੁਹਾਡੀ ਕਾਂਗਰਸ ਦੀ ਸਰਕਾਰ ਰਹੀ ਹੈ, ਇੱਕ ਵੀ ਤੁਸੀਂ ਬਾਹਰੋਂ ਕੋਈ ਵੈਪਨ ਦੀ ਖਰੀਦਾਰੀ ਕੀਤੀ ਹੈ 10 ਸਾਲਾਂ 'ਚ? ਇੱਕ ਵੈਪਨ ਦੀ ਵੀ ਕਿਉਂ ਨਹੀਂ ਕੀਤੀ? ਉਦੋਂ ਡਾਕਟਰ ਮਨਮੋਹਨ ਸਿੰਘ ਉਹਨਾਂ ਕੋਲ ਪੈਸਾ ਸੀ, ਲੇਕਿਨ ਉਸ ਵੇਲੇ ਕਪਲੇ ਹੈ ਕਿ ਹਰ ਬੰਦਾ ਹੱਥ ਜਿਹੜਾ ਲਾਉਣੋਂ ਡਰਦਾ ਸੀ। ਫਿਰ ਡਿਫੈਂਸ ਮਿਨਿਸਟਰ ਆਇਆ ਪਾਰੀਕਰ, ਉਹਨਾਂ ਨੇ ਕਿਹਾ ਮੈਂ ਸਾਈਨ ਕਰਦਾ ਹੈਗਾ, ਤੁਸੀਂ ਲਿਆਓ। ਔਰ ਉਦੋਂ ਤੋਂ ਜਿਹੜਾ ਹੈ ਸਾਡੀਆਂ ਨਵੀਆਂ ਪਰਚੇਜ਼ਸ ਸ਼ੁਰੂ ਹੋਣ ਲੱਗੀਆਂ। ਮੇਰੀ ਗੱਲ ਦਾ ਜਵਾਬ ਦੇ ਦਿਓ ਕਿ 10 ਸਾਲ ਕਾਂਗਰਸ ਦੇ ਰਾਜ ਵਿੱਚ ਇੱਕ ਵੀ ਡਿਫੈਂਸ ਡੀਲ, ਜਾਂ 10 ਸਾਲ ਕਾਂਗਰਸ ਦੇ ਰਾਜ ਵਿੱਚ ਇੱਥੇ ਕੀ ਇਨਫਰਾਸਟ੍ਰਕਚਰ ਡਿਵੈਲਪ ਹੋਇਆ ਹੈਗਾ? ਅਗਲੀ ਗੱਲ, ਤੁਸੀਂ, ਮੈਨੂੰ ਇਹ ਚੰਗਾ ਨਹੀਂ ਲੱਗਦਾ ਸਵੈਜ ਸਾਹਿਬ ਕਿ ਪੋਚੇ ਪਾਓ ਤੁਸੀਂ ਬਾਹਰ ਜਾ ਰਹੇ ਹੋ। ਸਵੈਜ ਸਾਹਿਬ, ਮੈਂ ਜੋ ਉੱਥੇ ਮੈਨੂੰ ਪਤਾ ਲੱਗਿਆ, ਜੋ ਟੀਵੀ ਚੈਨਲਾਂ ਤੋਂ ਆਉਣ ਤੋਂ ਬਿਨਾਂ ਵੀ, ਕਿਉਂਕਿ ਮੇਰੀ ਰੈਜੀਮੈਂਟ ਇੱਥੇ ਹੈ, ਮੇਰੇ ਸੰਬੰਧ ਨੇ, ਜੋ ਕੁਝ ਉੱਥੇ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਐਕਚੁਅਲੀ ਵਾਟ ਹੈਪਨ। ਤੁਸੀਂ ਕਹਿ ਰਹੇ ਹੋ ਉੱਥੇ ਕਿੱਲ ਲੱਗੇ ਹੋਏ ਸੀ, ਉੱਥੇ ਇੰਟੈਲੀਜੈਂਸ ਨਹੀਂ। ਕੀ ਯਾਰ ਗੱਲ ਕਰਦੇ ਹੋ? ਉਹ ਕਿਸੇ ਕੋਲ ਡੰਡਾ ਪਿਆ ਹੈਗਾ ਤਾਂ ਇੰਟੈਲੀਜੈਂਸ ਪਤਾ ਲੱਗੇਗੀ ਕਿ ਵੀ ਉੱਥੇ ਜਿਹੜਾ ਇੰਟੈਲੀਜੈਂਸ ਫੇਲਿਅਰ ਹੋ ਗਿਆ। ਵੀ ਆਰ ਨਾਟ ਸਪੋਜ਼ਡ ਟੂ ਗੋ ਦੈਟ ਸਾਈਡ, ਦੇ ਆਰ ਨਾਟ। ਤੁਸੀਂ ਡੋਕਲਮ ਦੀਆਂ ਫੋਟੋ ਦੇਖੀਆਂ ਨੇ? ਡੋਕਲਮ ਦੇ ਵਿੱਚ ਜਦੋਂ ਹੋ ਰਿਹਾ ਸੀ, ਇੱਕ ਦੂਜੇ ਨਾਲ ਛਾਤੀ ਦੇ ਨਾਲ ਧੱਕਾ ਦੇ ਰਹੇ ਸੀ, ਪਿੱਛੇ ਮੁੱਕਾ ਵੀ ਨਹੀਂ ਸੀ ਮਾਰ ਰਹੇ, ਕਿਉਂਕਿ ਉਹ ਨੌਬ ਨੇ। ਉੱਥੇ ਡੋਕਲਮ ਦੀਆਂ ਤਸਵੀਰਾਂ ਬਾਰ-ਬਾਰ ਟੀਵੀ ਤੇ ਦੇਖੋ, ਦੇ ਆਰ ਪੁਸ਼ਿੰਗ ਈਚ ਅਦਰ, ਇਹਨਾਂ ਛਾਤੀ ਦੇ ਨਾਲ, ਉੱਥੇ ਇੱਕ ਦੂਜੇ ਨੂੰ ਬਾਹ ਵੀ ਨਹੀਂ ਫੜ ਰਹੇ ਹੈਗੇ। ਸੋ ਤੁਸੀਂ ਜਿਹੜੀ ਹੈ, ਮੈਂ ਮੰਨਦਾ ਕਿ ਧੋਖਾ ਹੋਇਆ, ਕੌਣ ਨਹੀਂ ਮੰਨਦਾ? ਸਾਰਾ ਮੁਲਕ ਮੰਨ ਰਿਹਾ ਧੋਖਾ ਹੋਇਆ। ਫਿਰ ਤੁਸੀਂ ਪਤਾ ਨਹੀਂ ਕਿਹੜੀ ਗੱਲ ਦੇ ਉੱਤੇ ਜ਼ਿੱਦ ਕਰੀ ਜਾ ਰਹੇ ਹੋ। ਅਸੀਂ ਤੇ ਕਹਿ ਰਹੇ ਹੈਗੇ ਆ ਕਿ ਧੋਖਾ ਹੋਇਆ, ਕੀਤਾ, ਉਹ ਜਿਹੜਾ ਵਿਸ਼ਵਾਸ ਕਰਨ ਦੇ ਕਾਬਿਲ ਨਹੀਂ। ਜਦੋਂ ਇਸ ਤੇ ਬਿਲਡਅਪ ਸ਼ੁਰੂ ਹੋਇਆ ਈਸਟਰਨ ਲਦਾਖ ਦੇ ਵਿੱਚ, ਤਾਂ ਉਸ ਵੇਲੇ ਜਿਹੜਾ ਹੈ ਸਾਡੀਆਂ ਜਦੋਂ ਸੜਕਾਂ ਬਣਨ ਲੱਗੀਆਂ ਤਾਂ ਉਹਨਾਂ ਨੂੰ ਜਿਹੜੀ ਹੈ ਪ੍ਰੋਬਲਮ ਹੋ ਗਈ। ਜਿਹੜੀ ਤੁਸੀਂ ਗੱਲ PP14 ਦੀ ਕਰਦੇ ਹੋ, ਉਹ ਥੱਲਿਓਂ ਲੈ ਕੇ ਉੱਪਰ ਤੱਕ ਜਦੋਂ ਸੜਕ 8 ਕਿਲੋਮੀਟਰ ਦੀ ਬਣਾਉਣ ਲੱਗੇ ਤਾਂ ਉਹਨਾਂ ਨੂੰ ਪ੍ਰੋਬਲਮ ਹੋ ਗਈ। ਉਹਨਾਂ ਜੀ PP14 ਤੱਕ ਬਣੀ ਹੋਈ ਹੈ। ਸਾਡੀ ਜਦੋਂ ਜਿਹੜੀ ਸ਼ਵਾਕ ਨਦੀ ਤੋਂ ਲੈ ਕੇ ਦੀ PP14 ਤਾਂ ਉੱਥੇ ਉਹਨਾਂ ਦੀ ਪ੍ਰੋਬਲਮ, ਇਹਨਾਂ ਰੌਲਾ ਕਿਉਂ? ਜੀ ਕਰਨਲ ਸਾਹਿਬ,
ਜੀ ਕਰਨਲ ਸਾਹਿਬ ਤੁਹਾਡੀ ਗੱਲ ਆ ਗਈ ਹੈ, ਕਿਉਂਕਿ ਹੁਣ ਟਾਈਮ ਲਗਭਗ ਖਤਮ ਹੋ ਚੁੱਕਿਆ ਹੈ। ਮੇਰੇ ਕੋਲ ਸਿਰਫ ਇੰਨਾ ਕੁ ਟਾਈਮ ਹੈ। ਰੁਪਿੰਦਰ ਮੁੱਢੀ ਜੀ ਔਰ ਅਸ਼ੋਕ ਭਾਰਤੀ ਜੀ, ਕਰਨਲ CD ਕੰਬੋਜ ਸਾਹਿਬ ਔਰ ਸਰਦਾਰ ਸਰਜੀਤ ਸਿੰਘ ਸਵਾਇ ਸਾਹਿਬ, ਮੈਂ ਤੁਹਾਡਾ ਧੰਨਵਾਦ ਕਰਾਂ। ਇੰਨਾ ਕੀ ਟਾਈਮ ਹੈ, ਸੋ ਮੈਂ ਤੁਹਾਡਾ ਧੰਨਵਾਦ ਕਰਦਾ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਨਾਲ ਹਰ ਰੋਜ਼ ਇਸ ਪ੍ਰੋਗਰਾਮ 'ਚ ਜੁੜਦੇ ਹੋ। ਤੇ ਮੈਂ ਇਹ ਵੀ ਤੁਹਾਨੂੰ ਯਾਦ ਕਰਾਉਂਦਾ, ਕੱਲ ਸਵੇਰੇ ਆਪਾਂ ਫਿਰ ਜੁੜਨਾ ਹੈ 8:40 ਤੇ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ 'ਚ। ਕੱਲ ਸ਼ਾਮ ਨੂੰ ਚਰਚਾ 'ਚ ਫਿਰ ਮਿਲਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।